ਸਾਊਲ ਅਤੇ ਉਸਦੇ ਪੁੱਤਰ ਦੀ ਮੌਤ। ਸੋ ਫਿਲਿਸਤੀਆਂ ਅਤੇ ਇਜ਼ਰਾਈਲੀਆਂ ਵਿੱਚ ਲੜਾਈ ਹੋਈ, ਜਿਸ ਵਿੱਚ ਇਜ਼ਰਾਈਲੀ ਫੌਜ ਡਰ ਕੇ ਗਲਬੋਆ ਪਹਾੜ ਵੱਲ ਦੌੜੀ। ਉਹਨਾਂ ਵਿੱਚੋਂ ਬਹੁਤ ਸਾਰੇ ਜ਼ਖਮੀ ਹੋ ਕੇ ਉੱਥੇ ਮਾਰੇ ਗਏ। ਫਿਲਿਸਤੀਆਂ ਨੇ ਸਾਊਲ ਦੇ ਤਿੰਨਾਂ ਪੁੱਤਰਾਂ ਜੋਨਾਥਾਨ, ਅਬੀਨਾਦਾਬ ਅਤੇ ਮਲਕੀਸ਼ੀਆ ਦਾ ਬੁਰੀ ਤਰ੍ਹਾਂ ਨਾਲ ਪਿੱਛਾ ਕਰਕੇ ਉਹਨਾਂ ਨੂੰ ਕਤਲ ਕਰ ਦਿੱਤਾ। ਸਾਊਲ ਦੇ ਚਾਰੇ ਪਾਸੇ ਵੀ ਲੜਾਈ ਇੰਨੀ ਵੱਧ ਗਈ ਸੀ ਕਿ ਉਹ ਵੀ ਤੀਰਾਂ ਨਾਲ ਜ਼ਖਮੀ ਹੋ ਗਿਆ। ਸੋ ਸਾਊਲ ਨੇ ਆਪਣੇ ਹਥਿਆਰ ਚੁੱਕਣ ਵਾਲੇ ਨੂੰ ਕਿਹਾ, ਤੂੰ ਤਲਵਾਰ ਖਿੱਚ ਕੇ ਮੇਰੇ ਢਿੱਡ ਵਿੱਚ ਖੋਭ ਦੇ, ਨਹੀਂ ਤਾਂ ਅਸੰਤੀ ਆ ਕੇ ਮੈਨੂੰ ਮਾਰਨਗੇ ਤੇ ਮੇਰਾ ਵੱਡਾ ਮਖੌਲ ਉਡਾਉਣਗੇ। ਪਰ ਉਸਦਾ ਹਥਿਆਰ ਚੁੱਕਣ ਵਾਲਾ ਪਹਿਲਾਂ ਹੀ ਭੈਭੀਤ ਹੋ ਚੁੱਕਾ ਸੀ, ਸੋ ਇਸ ਨੇ ਇਹ ਕੰਮ ਨਾ ਕੀਤਾ। ਇਸ ਲਈ ਸਾਊਲ ਨੇ ਆਪ ਆਪਣੀ ਤਲਵਾਰ ਖੜੀ ਕਰਕੇ ਉਹ ਉੱਥੇ ਡਿੱਗ ਪਿਆ ਤੇ ਮਰ ਗਿਆ। ਉਸਦੇ ਹਥਿਆਰ ਚੁੱਕਣ ਵਾਲੇ ਨੇ ਜਦੋਂ ਦੇਖਿਆ ਕਿ ਸਾਊਲ ਮਰ ਗਿਆ ਤਾਂ ਉਹ ਵੀ ਆਪਣੀ ਤਲਵਾਰ ਖੜੀ ਕਰਕੇ ਉਸ ਤੇ ਡਿੱਗ ਕੇ ਮਰ ਗਿਆ। ਇਸ ਤਰ੍ਹਾਂ ਉਸ ਦਿਨ ਸਾਊਲ, ਉਸਦੇ 3 ਪੁੱਤਰ ਅਤੇ ਹਥਿਆਰ ਚੁੱਕਣ ਵਾਲਾ ਜਵਾਨ ਮਰ ਗਏ। ਉਸ ਦਿਨ ਅਸਲ ਵਿੱਚ ਸਾਊਲ ਦੇ ਸਭ ਆਦਮੀ ਖਤਮ ਹੋ ਗਏ ਸਨ। ਜਦੋਂ ਲੜਾਈ ਵਾਲੀ ਵਾਦੀ ਦੇ ਦੂਜੇ ਪਾਸੇ ਅਤੇ ਜਰਦਨੋਂ ਪਾਰ ਵਾਲੇ ਇਜ਼ਰਾਈਲੀਆਂ ਨੂੰ ਪਤਾ ਲੱਗਾ ਕਿ ਇਜ਼ਰਾਈਲੀ ਸੈਨਾ ਹਾਰ ਕੇ ਦੌੜ ਗਈ ਹੈ ਅਤੇ ਸਾਊਲ ਆਪਣੇ ਪੁੱਤਰਾਂ ਸਮੇਤ ਮਾਰਿਆ ਗਿਆ ਹੈ, ਤਾਂ ਉਹ ਵੀ ਆਪਣੇ ਨਗਰਾਂ ਨੂੰ ਖਾਲੀ ਕਰਕੇ ਨੱਠ ਗਏ ਅਤੇ ਉਹਨਾਂ ਨਗਰਾਂ ਦੇ ਵਿੱਚ ਫਿਲਿਸਤੀ ਆ ਕੇ ਵਸ ਗਏ। ਅਗਲੇ ਦਿਨ ਫਿਲਿਸਤੀ ਮਰੇ ਇਜ਼ਰਾਈਲੀਆਂ ਦੇ ਹਥਿਆਰ ਲੁੱਟਣ ਆਏ ਅਤੇ ਉਹਨਾਂ ਨੇ ਗਲਬੋਆ ਪਹਾੜ ਉੱਤੇ ਸਾਊਲ ਅਤੇ ਉਸਦੇ 3 ਪੁੱਤਰ ਮਰੇ ਪਏ ਦੇਖੇ। ਫਿਲਿਸਤੀਆਂ ਨੇ ਸਾਊਲ ਦਾ ਸਿਰ ਧੜ ਨਾਲੋਂ ਵੱਢ ਲਿਆ ਅਤੇ ਉਸਦੇ ਹਥਿਆਰ ਲਾ ਕੇ ਫਿਲਿਸਤੀਆਂ ਦੇ ਦੇਸ਼ ਵਿੱਚ ਘੁਮਾਏ ਅਤੇ ਇਸ ਤਰ੍ਹਾਂ ਆਪਣੀ ਜਿੱਤ ਦੀ ਖਬਰ ਆਪਣੇ ਸਭ ਲੋਕਾਂ ਨੂੰ ਦਿੱਤੀ। ਉਹਨਾਂ ਨੇ ਸਾਊਲ ਦੇ ਹਥਿਆਰ ਅਸ਼ਤਾਰੋਥ ਦੇਵੀ ਦੇ ਮੰਦਿਰ ਵਿੱਚ ਰੱਖ ਦਿੱਤੇ ਅਤੇ ਉਸਦੀ ਲਾਸ਼ ਨੂੰ ਬੈਤ ਸ਼ਾਨ ਨਗਰ ਦੀ ਕੰਧ ਉੱਤੇ ਟੰਗ ਦਿੱਤਾ। ਪਰ ਜਦੋਂ ਗਲਿਆਦ ਦੇ ਜਵੇਸ਼ ਨਗਰ ਦੇ ਲੋਕਾਂ ਨੂੰ ਇਹ ਖਬਰ ਮਿਲੀ ਕਿ ਫਿਲਿਸਤੀਆਂ ਨੇ ਸਾਊਲ ਨਾਲ ਕੀ ਕੀਤਾ ਹੈ, ਤਾਂ ਉੱਥੋਂ ਦੇ ਕੁਝ ਬਹਾਦਰ ਆਦਮੀਆਂ ਨੇ ਉੱਠ ਕੇ ਬੈਤ ਸ਼ਾਨ ਨਗਰ ਨੂੰ ਗਏ ਅਤੇ ਉਸਦੇ ਪੁੱਤਰਾਂ ਦੀਆਂ ਲਾਸ਼ਾਂ ਕੰਧ ਉੱਤੋਂ ਲਾ ਲਈਆਂ। ਉਹਨਾਂ ਨੇ ਉਹ ਲਾਸ਼ਾਂ ਜਵੇਸ਼ ਵਿੱਚ ਲਿਆ ਕੇ ਸਾੜ ਦਿੱਤੀਆਂ। ਫਿਰ ਜਵੇਸ਼ ਦੇ ਲੋਕਾਂ ਨੇ ਉਹਨਾਂ ਦੀਆਂ ਹੱਡੀਆਂ ਲੈ ਕੇ ਉੱਥੇ ਬਲੂਤ ਦੇ ਰੁੱਖ ਹੇਠ ਦੱਬ ਦਿੱਤੀਆਂ ਅਤੇ ਉਹਨਾਂ ਨੇ 7 ਦਿਨ ਤੱਕ ਵਰਤ ਰੱਖ ਕੇ ਸੋਗ ਕੀਤਾ। ਆਮੀਨ। ਸੋ ਜਿਸ ਲਈ ਹੁਣ ਅਸੀਂ ਪ੍ਰਭੂ ਦੇ ਵਚਨ ਚ ਦੇਖਦੇ ਹਾਂ ਕਿ ਸਾਊਲ ਕਿੱਥੋਂ ਸ਼ੁਰੂ ਹੋਇਆ ਸੀ। ਗਧੇ ਲੱਭਣ ਗਿਆ ਸੀਗਾ ਬਾਪ ਦੇ ਤੇ ਗੱਦੀ ਲੈ ਕੇ ਆਇਆ ਸੀ ਔਰ ਉਹ ਉਸਦੇ ਦਿਮਾਗ ਦੇ ਉੱਤੇ ਚੜ ਗਈਗਾ ਕਿ ਉਸਨੇ ਪ੍ਰਭੂ ਦਾ ਹੁਕਮ ਮੰਨਣਾ ਹੀ ਬੰਦ ਕਰ ਦਿੱਤਾ ਔਰ ਉਸਨੇ ਆਪਣੇ ਆਪ ਨੂੰ ਪ੍ਰੋਹਤ ਦੀ ਜਗ੍ਹਾ ਦਿੱਤੀ। ਉਸਨੂੰ ਆਪਣਾ ਫਿਕਰ ਸੀ, ਉਸਨੂੰ ਆਪਣੇ ਪੁੱਤਰ ਦਾ ਕੋਈ ਫਿਕਰ ਨਹੀਂ ਸੀ। ਔਰ ਉਹ ਜਿਸ ਵੇਲੇ ਪ੍ਰਭੂ ਨੇ ਉਸਨੂੰ ਹੁਕਮ ਦਿੱਤਾ ਕਿ ਤੂੰ ਅਮਾਲੇਕੀਆਂ ਦੇ ਨਾਲ ਲੜਨਾ ਔਰ ਉਹਨਾਂ ਨੂੰ ਖਤਮ ਕਰਨਾ, ਕਿਉਂਕਿ ਜਦੋਂ ਮੇਰੇ ਲੋਕ ਮਿਸਰ ਦੇ ਵਿੱਚੋਂ ਵਾਪਸ ਆ ਰਹੇ ਸੀ ਤੇ ਉਹਨਾਂ ਨੇ ਅਮਾਲੇਕੀਆਂ ਦੇ ਲਾਗਿਓਂ ਦੀ ਲੰਘਣ ਦੀ ਕੋਸ਼ਿਸ਼ ਕੀਤੀ ਸੀ ਔਰ ਉਹਨਾਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਸੀ ਔਰ ਉਹਨਾਂ ਨੂੰ ਇਸ ਚੀਜ਼ ਦੀ ਸਜ਼ਾ ਮਿਲਣੀ ਚਾਹੀਦੀ ਹੈ। ਲੇਕਿਨ ਸਾਊਲ ਨੇ ਇਹ ਕੰਮ ਨਹੀਂ ਕੀਤਾ। ਉਸਨੇ ਬੇਸਿਕਲੀ ਸੰਧੀਆਂ ਕਰਨੀਆਂ ਸ਼ੁਰੂ ਕਰ ਦਿੱਤੀ, ਉਸਦੇ ਰਾਜੇ ਨੂੰ ਬਚਾ ਕੇ ਲਿਆ ਹੈ। ਔਰ ਜਿਸ ਲਈ ਫਿਰ ਪ੍ਰਭੂ ਨੇ ਉਸਨੂੰ ਕਿਹਾ ਕਿ ਤੂੰ ਇਹ ਗਲਤ ਕੰਮ ਕੀਤਾ, ਤੂੰ ਭੇਡਾਂ ਬੱਕਰੀਆਂ ਲੈ ਕੇ ਤੁਰਿਆ, ਮੈਂ ਤੈਨੂੰ ਕਿਹਾ ਸੀ ਕਿ ਸਾਰੀਆਂ ਚੀਜ਼ਾਂ ਖਤਮ ਕਰਨੀਆਂ, ਤੇ ਉਹ ਉੱਥੇ ਝੂਠ ਬੋਲਿਆ ਔਰ ਉਸਨੇ ਕਿਹਾ ਕਿ ਨਹੀਂ, ਇਹ ਤਾਂ ਕਹਿੰਦਾ ਮੈਂ ਆਪਣੇ ਪ੍ਰਭੂ ਵਾਸਤੇ ਲੈ ਕੇ ਆਇਆ, ਤੇਰੇ ਪ੍ਰਭੂ ਵਾਸਤੇ। ਸੈਮੂਅਲ ਨੂੰ ਕਹਿੰਦਾ ਤੇਰੇ ਪ੍ਰਭੂ ਵਾਸਤੇ ਲੈ ਕੇ ਆਇਆ ਕਿ ਉਹਨੂੰ ਅਸੀਂ ਬਲੀਆਂ ਦੇਵਾਂਗੇ। ਤਾਂ ਉਸਨੇ ਕਿਹਾ ਕਿ ਪ੍ਰਭੂ ਬਲੀਆਂ ਦਾ ਭੁੱਖਾ ਨਹੀਂ, ਆਗਿਆਕਾਰੀ ਦਾ ਭੁੱਖਾ। ਔਰ ਉਸ ਤੋਂ ਬਾਅਦ ਪ੍ਰਭੂ ਨੇ ਉਹਦੀ ਜਗ੍ਹਾ ਤੇ ਦਾਊਦ ਨੂੰ ਚੁਣਿਆ। ਦਾਊਦ ਆਪਣੇ 7 ਭਰਾਵਾਂ 'ਚ ਸਭ ਤੋਂ ਛੋਟਾ ਸੀ ਔਰ ਉਹਦੇ ਤੇ ਪ੍ਰਭੂ ਨੇ ਆਪਣਾ ਤੇਲ ਪਾਇਆ, ਇੱਕ ਭੇਡਾਂ ਚਾਰਨ ਵਾਲੇ ਤੇ। ਔਰ ਸਾਊਲ ਦੇ ਉੱਤੇ ਜੋ ਪ੍ਰਭੂ ਨੇ ਪਵਿੱਤਰ ਆਤਮਾ ਦਿੱਤਾ ਸੀ ਉਹ ਵਾਪਸ ਲੈ ਔਰ ਉਹਦੀ ਜਗ੍ਹਾ ਤੇ ਇੱਕ ਬੁਰਾ ਆਤਮਾ ਕੱਲਿਆ ਔਰ ਦਾਊਦ ਨੂੰ ਪ੍ਰਭੂ ਨੇ ਪਵਿੱਤਰ ਆਤਮਾ ਦਾ ਦਾਨ ਦਿੱਤਾ। ਉਸ ਤੋਂ ਬਾਅਦ ਅਸੀਂ ਦੇਖਦੇ ਪਏ ਕਿ ਸਾਊਲ ਇੱਕ ਤੋਂ ਬਾਅਦ ਦੂਜੀ ਗਲਤੀ ਕਰਦਾ ਹੀ ਚਲਿਆ ਗਿਆ
ਔਰ ਅੰਤ ਇੱਥੇ ਤੱਕ ਆ ਗਿਆ ਕਿ ਜਾਦੂਗਰਨੀ ਕੋਲੋਂ ਸਲਾਹ ਲੈਣ ਗਿਆ ਔਰ ਜਾਦੂਗਰਨੀ ਨੂੰ ਕਿਹਾ ਕਿ ਇਸ ਬੰਦੇ ਨੂੰ ਮੈਨੂੰ ਬੁਲਾ। ਜਿਸਲੇ ਉਸਨੇ ਸੈਮੂਅਲ ਨੂੰ ਦੇਖਿਆ ਤੇ ਉਹ ਘਬਰਾ ਗਏ, ਕਿਉਂਕਿ ਪਹਿਲਾਂ ਅਗਰ ਕਿਸੇ ਨੂੰ ਬੁਲਾਉਂਦੀ ਸੀ ਤਾਂ ਧਰਤੀ ਖੋਲਦੀ ਸੀ, ਧਰਤੀ ਵੱਲੋਂ ਦਰਵਾਜ਼ਾ ਖੋਲਦਾ ਸੀ ਤੇ ਅੰਡਰਵਰਲਡ ਜਿਸ ਨੂੰ ਕਿਹਾ ਜਾਂਦਾ ਉੱਥੋਂ ਉਹ ਆਤਮਾ ਆਉਂਦੀ ਸੀ। ਜਿਸ ਲਈ ਉਸਨੇ ਸਵਰਗ ਖੁੱਲਾ ਦੇਖਿਆ ਤੇ ਉਹ ਕਹਿੰਦੀ ਤੂੰ ਮੈਨੂੰ ਧੋਖਾ ਦਿੱਤਾ, ਤੂੰ ਸਾਊਲ ਆ। ਉਸਨੇ ਉਸਨੂੰ ਕਿਹਾ ਤੈਨੂੰ ਕੁਛ ਨਹੀਂ ਤੇਰਾ ਕੀਤਾ ਜੀ, ਤੈਨੂੰ ਕੁਛ ਨਹੀਂ ਮੈਂ ਕਹੂੰਗਾ, ਤੂੰ ਫਿਕਰ ਨਾ ਕਰ। ਸੋ ਉਸਨੇ ਸੈਮੂਅਲ ਤੋਂ ਸਲਾਹ ਮੰਗੀ ਕਿ ਕੀ ਹੋਏਗਾ, ਪ੍ਰਭੂ ਮੇਰੀ ਸੁਣਦਾ ਨਹੀਂ, ਜੇ ਤੈਨੂੰ ਪ੍ਰਭੂ ਨੇ ਛੱਡ ਦਿੱਤਾ ਤਾਂ ਮੈਂ ਤੇਰੇ ਲਈ ਕੀ ਕਰ ਸਕਦਾ। ਕੱਲ ਨੂੰ ਇਸ ਵੇਲੇ ਤੱਕ ਤੂੰ ਮੇਰੇ ਨਾਲ ਹੋਵੇਗਾ, ਤੂੰ ਤੇ ਤੇਰਾ ਪੁੱਤਰ ਮੇਰੇ ਨਾਲ ਹੋਵੇਗਾ। ਇੱਥੋਂ ਸਾਨੂੰ ਇੱਕ ਚੀਜ਼ ਪਤਾ ਲੱਗਦੀ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੇਲੇ ਉਹਨੇ ਪ੍ਰਭੂ ਨੂੰ ਲਿਆ ਸੀ ਔਰ ਪ੍ਰਭੂ ਛੱਡਦਾ ਨਹੀਂ। ਗਲਤੀਆਂ ਦੀ ਸਜ਼ਾ ਉਸਨੂੰ ਮਿਲੀ, ਇਸੇ ਧਰਤੀ ਤੇ ਮਿਲੀ। ਸਜ਼ਾ ਇੱਥੇ ਤੱਕ ਮਿਲੀ ਹੈ ਕਿ ਜਿਸ ਵੇਲੇ ਹੁਣ ਜੰਗ ਦੇ ਵਿੱਚ ਗਿਆ ਤਾਂ ਉਸਦੇ ਤਿੰਨੇ ਪੁੱਤਰ ਉਸ ਦੀਆਂ ਅੱਖਾਂ ਦੇ ਸਾਹਮਣੇ ਮਾਰੇ ਗਏ ਔਰ ਜਿਸ ਵੇਲੇ ਜੋਨਾਥਨ ਮਾਰਿਆ ਗਿਆ ਤਾਂ ਉਸ ਵੇਲੇ ਉਸਦਾ ਦਿਲ ਟੁੱਟ ਗਿਆ ਔਰ ਉਹ ਆਪ ਵੀ ਤੀਰਾਂ ਦੇ ਨਾਲ ਜ਼ਖਮੀ ਹੋ ਚੁੱਕਾ ਸੀ। ਆਪਣੇ ਹਥਿਆਰ ਚੁੱਕਣ ਵਾਲੇ ਨੂੰ ਕਹਿੰਦਾ ਕਿ ਤੂੰ ਮੈਨੂੰ ਆਪਣੀ ਤਲਵਾਰ ਨਾਲ ਮਾਰ ਦੇ, ਯਾਨੀ ਕਿਤੇ ਮੈਨੂੰ ਜਿੰਦਾ ਨਾ ਫੜ ਲੈਣ ਔਰ ਮੇਰਾ ਮਖੌਲ ਨਾ ਉਡਾਉ, ਇਹ ਕਹਿਣ ਦਾ ਮਤਲਬ ਸੀ। ਔਰ ਉਹ ਵੀ ਡਰਿਆ ਪਿਆ ਸੀ ਵਿਚਾਰਾ। ਸੋ ਉਸਨੇ ਆਪਣੀ ਤਲਵਾਰ ਆਪੇ ਹੀ ਧਰਤੀ ਤੇ ਖੜੀ ਕਰਕੇ ਉਹਦੇ ਉੱਤੇ ਡਿੱਗ ਪਿਆ ਔਰ ਉਹ ਮਰ ਗਿਆ। ਲੋਥਾਂ ਦੇ ਨਾਲ ਇੰਨੀ ਬੇਰਹਿਮੀ ਦੇ ਨਾਲ ਵਰਤਾਓ ਕੀਤਾ ਗਿਆ ਕਿ ਉਹਨਾਂ ਦੇ ਸਿਰਾਂ ਨੂੰ ਵੱਢ ਕੇ ਲਿਜਾਇਆ ਗਿਆ, ਹਥਿਆਰਾਂ ਨੂੰ ਚੁੱਕ ਕੇ ਲਿਜਾਇਆ ਗਿਆ, ਦਿਖਾਇਆ ਗਿਆ, ਲਾਸ਼ਾਂ ਨੂੰ ਕੰਧਾਂ ਦੇ ਉੱਤੇ ਟੰਗ ਦਿੱਤਾ। ਪ੍ਰੋਪਰ ਬੈਰੀਅਲ ਵੀ ਨਹੀਂ ਮਿਲਿਆ। ਅੰਤ ਦੇ ਵਿੱਚ ਲੋਕਾਂ ਨੇ ਜਾ ਕੇ ਲੋਥਾਂ ਲਾ ਕੇ ਤੇ ਸਾੜ ਦਿੱਤੀਆਂ ਔਰ ਜਿਹੜੀਆਂ ਹੱਡੀਆਂ ਸੀਗੀਆਂ ਉਹ ਦੱਬ ਦਿੱਤੀਆਂ। ਔਰ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ ਕਿ ਸਾਊਲ ਨੂੰ ਜੋ ਉਸਨੇ ਇੱਕ ਜਰਨੀ ਸ਼ੁਰੂ ਕੀਤੀ ਸੀ, ਜਿਹਦੀ ਸ਼ੁਰੂਆਤ ਬੜੀ ਸੁੰਦਰ ਸੀ, ਲੇਕਿਨ ਅੰਤ ਦੇ ਵਿੱਚ ਉਹ ਗਲਤੀਆਂ ਕਰਦਾ ਕਰਦਾ ਉੱਥੇ ਤੱਕ ਪਹੁੰਚ ਗਿਆ ਕਿ ਉਸਦਾ ਅੰਤ ਬਹੁਤ ਭੈੜਾ ਹੋਇਆ, ਅੰਤ ਬਹੁਤ ਬੁਰਾ ਹੋਇਆ। ਔਰ ਪ੍ਰਭੂ ਦਾ ਸ਼ੁਕਰ ਹੈ ਕਿ ਦਾਊਦ ਨੂੰ ਪ੍ਰਭੂ ਨੇ ਬਚਾ ਕੇ ਰੱਖਿਆ, ਉਹਦਿਆਂ ਹੱਥਾਂ ਤੇ ਸਾਊਲ ਤੇ ਉਸਦੇ ਪੁੱਤਰ ਦਾ ਖੂਨ ਨਹੀਂ ਲੱਗਾ। 1025 ਸਾਲ ਮਸੀਹ ਦੇ ਆਉਣ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਹੋਈਆਂ। ਸਾਊਲ ਦੀ ਜਿਹੜੀ ਉਮਰ ਸੀ ਉਹ ਇਸ ਵੇਲੇ 80 ਸਾਲ ਔਰ ਉਸਦੇ ਪੁੱਤਰ ਜੋਨਾਥਨ ਦੀ ਜਿਹੜੀ ਉਮਰ ਸੀਗੀ ਉਹ 58 ਸਾਲ ਦੀ, ਜਿਸ ਲਈ ਉਹ ਇਸ ਜੰਗ ਦੇ ਵਿੱਚ ਮਾਰਿਆ ਗਿਆ। ਆਓ ਅਸੀਂ ਦੂਸਰਾ ਸੈਮੂਅਲ ਸ਼ੁਰੂ ਕਰੀਏ। ਔਰ ਜਿੱਦਾਂ ਹੀ ਹੁਣ ਅਸੀਂ ਦੂਜੇ ਸੈਮੂਅਲ ਦਾ ਸ਼ੁਰੂਆਤ ਦੇ ਵਿੱਚ ਆ ਗਏ ਹਾਂ, ਹੁਣ ਸਾਊਲ ਦੀ ਮੌਤ ਦਾ ਸੋਗ, ਉਸਦੇ ਲਈ ਜਿਹੜਾ ਦਾਊਦ ਨੇ ਭਜਨ ਗਾਇਆ, ਜਿਹੜਾ ਦਾਊਦ ਨੇ ਤੁਸੀਂ ਇਹ ਕਹਿ ਸਕਦੇ ਆ ਕਿ ਪ੍ਰਭੂ ਦੇ ਵਚਨ ਦੇ ਵਿੱਚ ਉਸਦੇ ਲਈ ਜੋ ਸੋਗ ਕੀਤਾ ਉਸਨੇ ਜੋਨਾਥਨ ਦੇ ਲਈ ਔਰ ਦਾਊਦ ਔਰ ਸਾਊਲ ਦੇ ਲਈ, ਉਸਦੇ ਵਿੱਚ ਸਭ ਕੁਝ ਤੁਹਾਨੂੰ ਸੁਣਾਈ ਦੇਵੇਗਾ ਕਿ ਕਿੱਦਾਂ ਖੁਦਾਵੰਦ ਨੇ ਜਾਂ ਦਾਊਦ ਨੇ ਆਪਣੇ ਮੂੰਹ ਦੇ ਵਿੱਚੋਂ ਕੋਈ ਉਹਨਾਂ ਦੇ ਲਈ ਬੁਰੀ ਚੀਜ਼ ਨਹੀਂ ਕਹੀ, ਕੁਛ ਬੁਰਾ ਨਹੀਂ ਕਿਹਾ। ਔਰ ਆਓ ਅਸੀਂ ਦੇਖੀਏ ਪਹਿਲੀਆਂ 16 ਆਇਤਾਂ, ਦੂਜਾ ਸੈਮੂਅਲ ਪਹਿਲੀਆਂ 16 ਆਇਤਾਂ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਦਾਊਦ ਨੂੰ ਸਾਊਲ ਦੀ ਮੌਤ ਦਾ ਪਤਾ ਲੱਗਣਾ। ਸਾਊਲ ਦੇ ਮਰਨ ਪਿੱਛੋਂ ਦਾਊਦ ਅਮਾਲੇਕੀ ਲੋਕਾਂ ਨੂੰ ਹਰਾ ਕੇ ਸਿਗਲਾਗ ਵਿੱਚ ਮੁੜ ਆਇਆ ਅਤੇ ਉਹ ਉੱਥੇ 2 ਦਿਨ ਰਿਹਾ। ਅਗਲੇ ਦਿਨ ਇੱਕ ਫੌਜੀ ਜਵਾਨ ਇਜ਼ਰਾਈਲੀ ਕੈਂਪ ਵਿੱਚੋਂ ਉੱਥੇ ਆਇਆ। ਉਸਨੇ ਸੋਗ ਕਾਰਨ ਆਪਣੇ ਕੱਪੜੇ ਪਾੜੇ ਹੋਏ ਅਤੇ ਸਿਰ ਉੱਤੇ ਸਵਾਹ ਪਾਈ ਹੋਈ ਸੀ।
ਫੌਜੀ ਜਵਾਨ ਆ ਕੇ ਆਦਰ ਨਾਲ ਦਾਊਦ ਦੇ ਚਰਨੀ ਪਿਆ। ਤਦ ਦਾਊਦ ਨੇ ਉਸ ਜਵਾਨ ਤੋਂ ਪੁੱਛਿਆ, ਤੂੰ ਕਿੱਥੋਂ ਆਇਆ ਹੈ? ਉਸਨੇ ਉੱਤਰ ਦਿੱਤਾ, ਮੈਂ ਇਜ਼ਰਾਈਲੀ ਫੌਜੀ ਕੈਂਪ ਵਿੱਚੋਂ ਬਚ ਕੇ ਆਇਆ ਹਾਂ। ਦਾਊਦ ਨੇ ਉਸਨੂੰ ਕਿਹਾ, ਉੱਥੇ ਕੀ ਵਾਪਰਿਆ? ਤੂੰ ਮੈਨੂੰ ਉੱਥੋਂ ਦਾ ਪੂਰਾ ਹਾਲ ਸੁਣਾ। ਉਸਨੇ ਉੱਤਰ ਦਿੱਤਾ, ਸਾਡੀ ਸਾਰੀ ਫੌਜ ਨੱਠ ਗਈ ਹੈ ਅਤੇ ਬਹੁਤ ਸਾਰੇ ਜਵਾਨ ਮਾਰੇ ਗਏ ਹਨ। ਸਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਵੀ ਮਾਰਿਆ ਗਿਆ ਹੈ। ਦਾਊਦ ਨੇ ਉਸਨੂੰ ਕਿਹਾ, ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਸਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਮਾਰਿਆ ਗਿਆ ਹੈ? ਉਸ ਜਵਾਨ ਨੇ ਉੱਤਰ ਦਿੱਤਾ, ਮੈਂ ਅਚਾਨਕ ਗਿਲਬੋਆ ਨਾਂ ਦੇ ਪਹਾੜ ਉੱਤੇ ਗਿਆ ਤਾਂ ਉੱਥੋਂ ਮੈਂ ਸਾਊਲ ਨੂੰ ਆਪਣੇ ਨੇਜੇ ਉੱਤੇ ਝੁਕੇ ਦੇਖਿਆ। ਉਸ ਵੇਲੇ ਵੈਰੀ ਦੇ ਰੱਥ ਅਤੇ ਘੋੜੇ ਉਸਦੇ ਬਹੁਤ ਲਾਗੇ ਪਹੁੰਚ ਗਏ ਸਨ। ਉਸ ਵੇਲੇ ਸਾਊਲ ਨੇ ਮੇਰੇ ਵੱਲ ਦੇਖ ਕੇ ਮੈਨੂੰ ਸੱਦਿਆ ਤਾਂ ਮੈਂ ਉੱਤਰ ਦਿੱਤਾ, ਜੀ ਮੈਂ ਹਾਜ਼ਰ ਹਾਂ। ਉਸਨੇ ਮੇਰੇ ਤੋਂ ਪੁੱਛਿਆ, ਤੂੰ ਕੌਣ ਹੈ? ਮੈਂ ਉੱਤਰ ਦਿੱਤਾ, ਮੈਂ ਇੱਕ ਅਮਾਲੇਕੀ ਹਾਂ। ਤਦ ਸਾਊਲ ਨੇ ਕਿਹਾ, ਤੂੰ ਅੱਗੇ ਆ ਕੇ ਮੈਨੂੰ ਮਾਰ, ਕਿਉਂਕਿ ਮੈਂ ਬਹੁਤ ਜ਼ਖਮੀ ਹੋ ਗਿਆ ਹਾਂ ਅਤੇ ਮਰਨ ਹੀ ਵਾਲਾ ਹਾਂ। ਸੋ ਮੈਂ ਅੱਗੇ ਜਾ ਕੇ ਉਸਨੂੰ ਮਾਰ ਦਿੱਤਾ, ਕਿਉਂਕਿ ਮੈਂ ਜਾਣ ਗਿਆ ਸਾਂ ਕਿ ਉਹ ਡਿੱਗਦੇ ਹੀ ਮਰ ਜਾਵੇਗਾ। ਫਿਰ ਮੈਂ ਉਸਦੇ ਸਿਰ ਦਾ ਤਾਜ ਅਤੇ ਹੱਥ ਦਾ ਕੜਾ ਲਾ ਲਿਆ ਅਤੇ ਉਹ ਦੋਵੇਂ ਚੀਜ਼ਾਂ ਹੁਣ ਮੈਂ ਆਪਣੇ ਮਾਲਕ ਰਾਜਾ ਕੋਲ ਲੈ ਕੇ ਆਇਆ। ਦਾਊਦ ਨੇ ਸੁਣ ਕੇ ਸੋਗ ਕੀਤਾ, ਆਪਣੇ ਸਾਰੇ ਕੱਪੜੇ ਪਾੜ ਸੁੱਟੇ। ਉਸਦੇ ਆਦਮੀਆਂ ਨੇ ਵੀ ਸੋਗ ਵਿੱਚ ਆਪਣੇ ਸਾਰੇ ਕੱਪੜੇ ਪਾੜ ਸੁੱਟੇ। ਉਹਨਾਂ ਸਭ ਨੇ ਤਰਕਾਲਾਂ ਤੱਕ ਵਰਤ ਰੱਖ ਕੇ ਸਾਊਲ, ਉਸਦੇ ਪੁੱਤਰ ਯੋਨਾਥਨ ਅਤੇ ਮਾਰੇ ਗਏ ਇਜ਼ਰਾਈਲੀਆਂ ਆਦਮੀਆਂ ਲਈ ਸੋਗ ਕੀਤਾ, ਕਿਉਂਕਿ ਉਹ ਬਹੁਤ ਸਾਰੇ ਇਜ਼ਰਾਈਲੀ ਲੋਕ ਮਾਰੇ ਗਏ ਸਨ। ਤਦ ਦਾਊਦ ਨੇ ਉਸ ਸੰਦੇਸ਼ ਵਾਲੇ ਜਵਾਨ ਤੋਂ ਪੁੱਛਿਆ, ਤੂੰ ਕਿੱਥੋਂ ਦਾ ਰਹਿਣ ਵਾਲਾ ਹੈ? ਮੈਂ ਇੱਕ ਅਮਾਲੇਕੀ ਪਰਦੇਸੀ ਦਾ ਪੁੱਤਰ ਹਾਂ ਅਤੇ ਤੇਰੀ ਧਰਤੀ ਉੱਤੇ ਰਹਿ ਰਿਹਾ ਹਾਂ। ਉਸਨੇ ਉੱਤਰ ਦਿੱਤਾ। ਦਾਊਦ ਨੇ ਉਸਨੂੰ ਕਿਹਾ, ਤੂੰ ਪ੍ਰਭੂ ਦੇ ਅਭਿਸ਼ੇਕ ਕੀਤੇ ਰਾਜਾ ਉੱਤੇ ਕਿਸ ਤਰ੍ਹਾਂ ਹੱਥ ਚੁੱਕਿਆ? ਸੋ ਦਾਊਦ ਨੇ ਆਪਣੇ ਇੱਕ ਜਵਾਨ ਨੂੰ ਸੱਦ ਕੇ ਕਿਹਾ, ਇਸ ਨੂੰ ਕਤਲ ਕਰ ਦੇ। ਸੋ ਉਸ ਜਵਾਨ ਨੇ ਉਸ ਅਮਾਲੇਕੀ ਉੱਤੇ ਹੱਲਾ ਕਰਕੇ ਉਸਨੂੰ ਮਾਰ ਦਿੱਤਾ। ਦਾਊਦ ਨੇ ਉਸ ਅਮਾਲੇਕੀ ਜਵਾਨ ਨੂੰ ਕਿਹਾ, ਤੂੰ ਆਪਣੇ ਵਿਰੁੱਧ ਗਵਾਹੀ ਦਿੱਤੀ ਹੈ ਕਿ ਤੂੰ ਪ੍ਰਭੂ ਦੇ ਅਭਿਸ਼ੇਕ ਕੀਤੇ ਰਾਜਾ ਦਾ ਕਤਲ ਕੀਤਾ ਹੈ। ਉਹ ਇਨਾਮ ਲੈਣ ਆਇਆ ਸੀ, ਕਿਉਂਕਿ ਸਾਊਲ ਨੇ ਤਾਂ ਕਿਹਾ ਸੀਗਾ ਕਿ ਕਿਤੇ ਮੈਨੂੰ ਕੋਈ ਅਸੁੰਨਤੀ ਜਿੱਦਾਂ ਕਿ ਦੂਸਰੀ ਕੌਮ ਦਾ ਮਾਰ ਨਾ ਦੇਵੇ। ਤਾਂ ਉਸਨੇ ਇੱਕ ਇਜ਼ਰਾਈਲੀ ਨੂੰ ਜੋ ਉਸਦੇ ਹਥਿਆਰ ਚੁੱਕਦਾ ਸੀ ਉਸਨੂੰ ਕਿਹਾ ਕਿ ਤੂੰ ਮੈਨੂੰ ਮਾਰ ਦੇ, ਲੇਕਿਨ ਉਹਨੇ ਨਹੀਂ ਮਾਰਿਆ। ਸੋ ਅੰਤ ਦੇ ਵਿੱਚ ਸਾਊਲ ਨੇ ਆਪਣੇ ਆਪ ਨੂੰ ਆਪ ਮਾਰ ਲਿਆ। ਇਸਨੇ ਸੋਚਿਆ ਕਿ ਇਨਾਮ ਲੈਣ ਦਾ ਵੇਲਾ, ਦਾਊਦ ਨੇ ਰਾਜਾ ਬਣਨਾ ਹੀ ਬਣਨਾ ਹੈ। ਸੋ ਇਹ ਉਹ ਅਮਾਲੇਕੀ ਲੋਕ ਸੀਗੇ ਜਿਹੜੇ ਸਾਊਲ ਦੀ ਸੰਧੀ ਦੇ ਕਰਕੇ ਉਸ ਵੇਲੇ ਆ ਕੇ ਜਿਨ੍ਹਾਂ ਨੇ ਆ ਕੇ ਉੱਥੇ ਬਸਣਾ ਸ਼ੁਰੂ ਕਰ ਦਿੱਤਾ ਸੀ ਇਜ਼ਰਾਈਲ ਦੀ ਧਰਤੀ ਤੇ। ਔਰ ਜਿਸ ਲਈ ਉਸਨੇ ਇਹ ਸੁਣਿਆ ਕਿ ਤੂੰ ਕਤਲ ਕਰਤਾ, ਕਹਿੰਦਾ ਤੂੰ ਕਤਲ ਕਰਨ ਵਾਲਾ ਕੌਣ ਹੁੰਦਾ? ਤੂੰ ਇੱਕ ਐਸੇ ਇਨਸਾਨ ਦਾ ਕਤਲ ਕੀਤਾ ਜਿਹੜਾ ਪ੍ਰਭੂ ਨੇ ਜਿਸ ਦੇ ਉੱਤੇ ਅਭਿਸ਼ੇਕ ਕੀਤਾ ਸੀ। ਪ੍ਰਭੂ ਨੇ ਆਪਣਾ ਤੇਲ ਪਾਇਆ ਸੀ, ਉਸਨੂੰ ਵੱਖਰਾ ਕੀਤਾ ਸੀ। ਉਹ ਰਾਜਾ ਸੀ, ਉਹ ਧਰਤੀ ਤੇ ਉਸ ਜਗ੍ਹਾ ਤੇ ਬਹਿੰਦਾ ਸੀ ਜਿਸ ਗੱਦੀ ਤੇ ਇੱਕ ਦਿਨ ਮਸੀਹਾ ਨੇ ਬਹਿਣਾ। ਤੂੰ ਕੌਣ ਹੁੰਨਾ ਉਸ ਤੇ ਹੱਥ ਚੁੱਕਣਾ? ਸੋ ਉਸਨੇ ਆਪਣੇ ਬੰਦੇ ਨੂੰ ਕਿਹਾ ਕਿ ਤੂੰ ਇਸ ਨੂੰ ਮਾਰ ਦੇ। ਸੋ ਹੁਣ ਉਹਦਾ ਜਿਹੜਾ ਕੜਾ ਆ ਤੇ ਜਿਹੜਾ ਉਸਦਾ ਤਾਜ ਆ ਉਹ ਇਸ ਵੇਲੇ ਦਾਊਦ ਦੇ ਕੋਲ ਆ ਗਿਆ। ਔਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਦਾਊਦ ਨੇ ਹੁਣ ਯੋਨਾਥਨ ਦੇ ਲਈ ਔਰ ਸਾਊਲ ਦੇ ਲਈ ਸੋਗ ਕੀਤਾ। ਆਓ ਅਸੀਂ ਇਸ ਚੈਪਟਰ ਦੇ ਐਂਡ ਤੱਕ ਇਸ ਨੂੰ ਦੇਖਦੇ ਹਾਂ। ਦਾਊਦ ਦਾ ਸਾਊਲ ਤੇ ਯੋਨਾਥਨ ਲਈ ਸੋਗ ਕਰਨਾ। ਤਦ ਦਾਊਦ ਨੇ ਸਾਊਲ ਤੇ ਉਸਦੇ ਪੁੱਤਰ ਯੋਨਾਥਨ ਲਈ ਇੱਕ ਬੈਣ ਦਾ ਗੀਤ ਗਾ ਕੇ ਸੋਗ ਕੀਤਾ। ਉਸਨੇ ਇਹ ਬੈਣ ਗੀਤ ਸਭ ਯਹੂਦੀ ਲੋਕਾਂ ਨੂੰ ਸਿਖਾਉਣ ਲਈ ਕਿਹਾ। ਇਹ ਯਾਸ਼ਰ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ, ਜੋ ਇਸ ਤਰ੍ਹਾਂ ਨਾਲ ਹੈ। ਇਜ਼ਰਾਈਲ ਦੇ ਪ੍ਰਤਾਪੀ ਆਗੂ ਪਹਾੜ ਉੱਤੇ ਮਾਰੇ ਗਏ। ਗੱਤ ਵਿੱਚ ਇਸ ਬਾਰੇ ਨਾ ਦੱਸੋ। ਅਸ਼ਕਲੋਨ ਦੀਆਂ ਗਲੀਆਂ ਵਿੱਚ ਇਸ ਦਾ ਢੰਡੋਰਾ ਨਾ ਪਿੱਟੋ, ਤਾਂ ਜੋ ਫਿਲਿਸਤੀ ਔਰਤਾਂ ਇਸ ਤੋਂ ਆਨੰਦਿਤ ਨਾ ਹੋਣ ਅਤੇ ਅਧਰਮੀ ਦੀਆਂ ਧੀਆਂ ਖੁਸ਼ੀ ਨਾ ਮਨਾਉਣ। ਗਿਲਬੋਆ ਦੇ ਪਹਾੜਾਂ ਉੱਤੇ ਤਰੇਲ ਜਾਂ ਮੀਂਹ ਨਾ ਪਵੇ, ਉਸਦੇ ਖੇਤ ਸੁੱਕੇ ਰਹਿਣ, ਕਿਉਂਕਿ ਉੱਥੇ ਸੂਰਮਿਆਂ ਦੀਆਂ ਢਾਲਾਂ ਭ੍ਰਸ਼ਟ ਹੋਈਆਂ ਅਤੇ ਸਾਊਲ ਦੀ ਢਾਲ ਤੇ ਤੇਲ ਨਾ ਮਲਿਆ ਗਿਆ।
ਕਤਲ ਹੋਇਆਂ ਦੇ ਲਹੂ ਤੋਂ ਅਤੇ ਸੂਰਮਿਆਂ ਦੀ ਚਰਬੀ ਤੋਂ ਯੋਨਾਥਨ ਦੇ ਤੀਰ ਅਤੇ ਸਾਊਲ ਦੀ ਤਲਵਾਰ ਕਦੇ ਖਾਲੀ ਨਾ ਮੁੜੀ। ਸਾਊਲ ਤੇ ਯੋਨਾਥਨ ਕਿੰਨੇ ਹੀ ਸੁੰਦਰ ਅਤੇ ਪਿਆਰੇ ਸਨ। ਉਹ ਜੀਵਨ ਵਿੱਚ ਇਕੱਠੇ ਰਹੇ ਅਤੇ ਮਰਨ ਸਮੇਂ ਵੀ ਉਹ ਉਕਾਬਾਂ ਤੋਂ ਤੇਜ਼ ਅਤੇ ਬੱਬਰ ਸ਼ੇਰਾਂ ਨਾਲੋਂ ਬਲੀ ਸਨ। ਇਜ਼ਰਾਈਲੀ ਧੀਓ, ਸਾਊਲ ਲਈ ਰੋਵੋ, ਕਿਉਂਕਿ ਉਸਨੇ ਤੁਹਾਨੂੰ ਰੰਗ ਬਰੰਗੇ ਸੁੰਦਰ ਕੱਪੜੇ ਅਤੇ ਸੋਨੇ ਦੇ ਗਹਿਣੇ ਪਹਿਨਾਏ ਸਨ। ਸੂਰਬੀਰ ਡਿੱਗ ਪਏ, ਹਾਂ ਉਹ ਯੁੱਧ ਵਿੱਚ ਮਾਰੇ ਗਏ ਅਤੇ ਯੋਨਾਥਨ ਵੀ ਪਹਾੜਾਂ ਵਿੱਚ ਮਾਰਿਆ ਗਿਆ। ਮੇਰੇ ਵੀਰ ਯੋਨਾਥਨ, ਮੈਨੂੰ ਤੇਰੇ ਮਰਨ ਦਾ ਅਤ ਦੁੱਖ ਹੈ। ਤੂੰ ਮੈਨੂੰ ਬਹੁਤ ਪਿਆਰ ਕੀਤਾ। ਤੇਰਾ ਪਿਆਰ ਤਾਂ ਔਰਤ ਦੇ ਪਿਆਰ ਤੋਂ ਬਹੁਤ ਅਦਭੁਤ ਸੀ। ਸੂਰਬੀਰ ਕਿੰਨੀ ਬੁਰੀ ਤਰ੍ਹਾਂ ਨਾਲ ਡਿੱਗ ਪਏ ਅਤੇ ਉਹਨਾਂ ਦੇ ਲੜਾਈ ਦੇ ਹਥਿਆਰ ਵੀ ਨਾਸ਼ ਹੋ ਗਏ। ਨਾਸ਼ ਹੋ ਗਏ। ਸੋ ਬੇਸਿਕਲੀ ਜਿਹੜਾ ਅਸੀਂ ਦੇਖਦੇ ਪਏ ਹਾਂ, ਉਸਨੇ ਜਿਹੜਾ ਲੋਕਾਂ ਨੇ, ਉਹਨਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਸੀ। ਤਾਂ ਉਸਨੇ ਕਿਹਾ, ਜਿਸ ਲਈ ਉਹ ਗੱਥ ਦੇ ਇਲਾਕੇ ਦੀ ਗੱਲ ਕਰਦਾ ਪਿਆ, ਲੈਟ ਮੀ ਗੋ ਦੇयर। ਸੋ ਜਿਸ ਲਈ ਅਸੀਂ ਇਹ ਸਾਰੇ ਇਲਾਕੇ ਨੂੰ ਦੇਖਦੇ ਪਏ ਹਾਂ। ਆਹ ਫਿਲਿਸਤੀਨ ਦਾ ਇਲਾਕਾ ਆ, ਜਿੱਥੇ ਆ ਮੇਰਾ ਇਸ ਵੇਲੇ ਮੈਂ ਜਿੱਥੇ ਆ ਤੀਰ ਜਿਹੜਾ ਇਸ ਵੇਲੇ ਇਹ ਇਲਾਕਾ ਆ। ਇਹਨਾਂ ਰਾਜਿਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਹਮਲਾ ਕੀਤਾ। ਅੱਗੇ ਕਦੀ ਗਰਾਰ ਦਾ ਇਲਾਕਾ, ਗਾਜ਼ਾ ਦਾ ਕਿੰਗ, ਅਸ਼ਕਲੋਨ ਦਾ ਕਿੰਗ, ਅਸ਼ਦੋਦ ਦਾ ਕਿੰਗ ਤੇ ਗਤ ਦਾ ਰਾਜੇ ਇਕੱਲੇ ਇਕੱਲੇ ਹਮਲਾ ਕਰਦੇ ਸੀ। ਸੋ ਹੁਣ ਜਿਸ ਲਈ ਅਸੀਂ ਲੈਟ ਮੀ ਗੋ ਬੈਕ ਅ ਬਿਟ। ਸੋ ਹੁਣ ਅਸੀਂ ਦੇਖਦੇ ਪਏ ਹਾਂ ਕਿ ਗਤ, ਅਸ਼ਦੋਦ, ਅਸ਼ਕਲੋਨ, ਗਾਜ਼ਾ ਔਰ ਇਸ ਦੇ ਨਾਲ ਗਰਾਰ ਦਾ ਜਿਹੜਾ ਰਾਜਾ ਸੀ, ਇਹਨਾਂ ਪੰਜਾਂ ਨੇ ਰਲ ਕੇ ਹਮਲਾ ਕੀਤਾ। ਔਰ ਜਿਸ ਲਈ ਇਹਨਾਂ ਨੇ ਪੰਜਾਂ ਨੇ ਰਲ ਕੇ ਹਮਲਾ ਕੀਤਾ, ਇਹਨਾਂ ਸਾਰਿਆਂ ਦੀ ਜਿਹੜੀ ਫੌਜ ਸੀ ਉਹ ਇਜ਼ਰਾਈਲ ਦੀ ਫੌਜ ਤੋਂ ਕਿਤੇ ਜ਼ਿਆਦੀ ਸੀ, ਕਿਉਂਕਿ ਬਹੁਤੀ ਫੌਜ ਜਿਹੜੀ ਸੀਗੀ ਉਹ ਆਈ ਨਹੀਂ ਸੀ। ਉਹ ਇਹ ਸਮਝਦੇ ਸੀ ਕਿ ਇਸਕੇ ਸਾਨੂੰ ਥੋੜੇ ਜਿਹੇ ਲੋਕਾਂ ਦੀ ਲੋੜ ਆ। ਸਾਡੇ ਇਲਾਕਿਆਂ ਤੋਂ ਉਹਨਾਂ ਨੇ ਹਮਲੇ ਕੀਤੇ, ਉਹ ਕਬਜ਼ੇ ਕੀਤੇ, ਅਸੀਂ ਉਹਨਾਂ ਨੂੰ ਉੱਥੋਂ ਬਾਹਰ ਕੱਢਣਾ। ਲੇਕਿਨ ਉਹਨਾਂ ਦੀ ਤਿਆਰੀ ਬਾਰੇ ਉਸਨੂੰ ਕੁਛ ਨਹੀਂ ਸੀ ਪਤਾ ਕਿ ਉਹ ਕਿੰਨੀ ਤਿਆਰੀ ਕਰਕੇ ਆਏ ਆ। ਉਹ ਰੱਥ ਲੈ ਕੇ ਆਏ ਸੀ, ਉਹਨਾਂ ਦੇ ਹਥਿਆਰ ਇਹਨਾਂ ਦੇ ਨਾਲੋਂ ਬਿਹਤਰ ਸੀ, ਉਹਨਾਂ ਕੋਲ ਘੋੜੇ ਸੀ ਇਹਨਾਂ ਦੇ ਨਾਲੋਂ ਬਿਹਤਰ ਸੀ। ਸੋ ਜਿਸ ਲਈ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਦੇਖਦੇ ਪਏ ਤਾਂ ਇੱਥੇ ਇਸ ਇਲਾਕੇ ਦੇ ਵਿੱਚ ਇਧਰਲੇ ਪਾਸੇ ਜਿਹੜਾ ਯੈਲੋ ਕਲਰ ਆ, ਇਹ ਯਹੂਦਾ ਦਾ ਇਲਾਕਾ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਇਲਾਕਾ ਆ, ਇਹ ਲੈਟ ਮੀ ਗੋ ਬੈਕ ਦੇयर। ਸੋ ਇੱਥੋਂ ਅਸੀਂ ਅਗਰ ਦੇਖੀਏ ਤੇ ਆਹ ਸਾਰਾ ਯਹੂਦਾ ਦਾ ਇਲਾਕਾ, ਲੇਕਿਨ ਇੱਥੋਂ ਬਹੁਤੀ ਫੌਜ ਆਈ ਨਹੀਂ ਸੀਗੀ। ਉਹਨਾਂ ਨੇ ਕਿਹਾ ਸੀ ਵੀ ਥੋੜੇ ਜਿਹੇ ਹੋਣੇ ਆ, ਚਲੋ ਕੋਈ ਨਹੀਂ, ਲੇਕਿਨ ਉਹਨਾਂ ਦੀ ਜਿਹੜੀ ਫੌਜ ਸੀਗੀ ਉਹ ਪਿੱਛੋਂ ਵੀ ਆ ਚੁੱਕੀ ਸੀ। ਉਹਨਾਂ ਦੀ ਮਦਦ ਦੇ ਲਈ ਹੋਰ ਰਾਜੇ ਵੀ ਇਕੱਠੇ ਹੋ ਚੁੱਕੇ ਸੀ, ਔਰ ਉਹ ਵੰਸ ਇੱਕ ਵਾਰੀ ਦੇ ਵਿੱਚ ਹੁਣ ਕੁਝ ਕਰਨਾ ਮੰਗਦੇ ਸੀਗੇ। ਸੋ ਉਹਨਾਂ ਨੇ ਹਮਲਾ ਕਰਕੇ ਉਹਨਾਂ ਨੂੰ ਮਾਰ ਦਿੱਤਾ। ਸੋ ਉਸਨੇ ਇਹ ਚੀਜ਼ ਕਹਿ ਰਿਹਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਖੁਸ਼ੀ ਨਾ ਮਨਾਈ ਜਾਏ। ਇਹਨਾਂ ਇਲਾਕਿਆਂ ਦੇ ਵਿੱਚ ਪ੍ਰਭੂ ਤੋਂ ਮੰਗਦਾ ਪਿਆ ਕਿ ਮੀਂਹ ਨਾ ਪਵੇ, ਇੱਥੇ ਤਰੇੜ ਵੀ ਨਾ ਪਵੇ। ਲੇਕਿਨ ਉਸਨੇ ਉਹਨਾਂ ਦੀਆਂ ਵਡਿਆਈਆਂ ਗਿਣੀਆਂ। ਸੂਰਮੇ ਡਿੱਗ ਗਏ। ਔਰ ਯੋਨਾਥਨ ਦੇ ਲਈ ਜੋ ਯੋਨਾਥਨ ਨੇ ਉਸਨੂੰ ਪਿਆਰ ਕੀਤਾ, ਬਹੁਤ ਪਿਆਰ ਦਿੱਤਾ, ਔਰ ਯੋਨਾਥਨ ਦੇ ਲਈ ਉਸਨੇ ਬਹੁਤ ਦੁੱਖ ਮਨਾਇਆ, ਬਹੁਤ ਦੁੱਖ ਮਨਾਇਆ। ਸੋ ਇਹ ਬੈਂਡ ਦਾ ਗੀਤ ਜੋ ਸਾਰੇ ਇਜ਼ਰਾਈਲ ਦੇ ਵਿੱਚ ਗਾਇਆ ਗਿਆ। ਸੋ ਆਓ ਹੁਣ ਅਸੀਂ ਦੂਸਰੇ ਪਾਪ ਦੇ ਵਿੱਚ ਚੱਲੀਏ। ਦੂਸਰੇ ਪਾਪ ਦੀਆਂ ਪਹਿਲੀਆਂ ਅਸੀਂ 11 ਆਇਤਾਂ ਦੇਖਾਂਗੇ। ਜਿਸ ਨੂੰ ਮੈਂ ਨਹੀਂ ਪੜ੍ਹਦੇ ਪਾਸਟਰ ਜੀ। ਗੋ ਅਹੈਡ ਮੇਰੀ ਬਾਤ। ਹਾਂਜੀ, ਦਾਊਦ ਦਾ ਯਹੂਦਾ ਦਾ ਰਾਜਾ ਬਣਾਏ ਜਾਣਾ। ਇਸ ਦੇ ਪਿੱਛੋਂ ਦਾਊਦ ਨੇ ਪ੍ਰਭੂ ਤੋਂ ਪੁੱਛਿਆ, ਕੀ ਮੈਂ ਜਾ ਕੇ ਯਹੂਦਾ ਦੇ ਕਿਸੇ ਸ਼ਹਿਰ ਉੱਤੇ ਅਧਿਕਾਰ ਕਰਾਂ? ਪ੍ਰਭੂ ਨੇ ਉੱਤਰ ਦਿੱਤਾ, ਹਾਂ ਜਾ। ਕਿਸ ਸ਼ਹਿਰ ਉੱਤੇ? ਦਾਊਦ ਨੇ ਫਿਰ ਪੁੱਛਿਆ। ਪ੍ਰਭੂ ਨੇ ਉੱਤਰ ਦਿੱਤਾ, ਹਬਰੋਨ ਉੱਤੇ। ਇਸ ਲਈ ਦਾਊਦ ਹਬਰੋਨ ਨੂੰ ਚਲਾ ਗਿਆ। ਉਸ ਦੇ ਨਾਲ ਉਸਦੀਆਂ ਦੋਵੇਂ ਪਤਨੀਆਂ ਅਹੀਨੋਅਮ ਅਤੇ ਜਜਰੇਲ ਦੀ ਰਹਿਣ ਵਾਲੀ ਸੀ, ਤੇ ਐਬੀਗੈਲ ਜੋ ਕਰਮਲ ਦੇ ਰਹਿਣ ਵਾਲੀ ਸੀ ਵੀ ਗਈਆਂ। ਤਦ ਦਾਊਦ ਆਪਣੇ ਆਦਮੀਆਂ ਨੂੰ ਵੀ ਉਹਨਾਂ ਦੇ ਟੱਬਰਾਂ ਸਮੇਤ ਹਬਰੋਨ ਵਿੱਚ ਲੈ ਗਿਆ, ਜੋ ਉੱਥੇ ਜਾ ਕੇ ਵਸ ਗਏ। ਤਦ ਯਹੂਦਾ ਦੇ ਲੋਕਾਂ ਨੇ ਆ ਕੇ ਦਾਊਦ ਦਾ ਆਪਣੇ ਦੇਸ਼ ਦਾ ਰਾਜਾ ਹੋਣ ਦੇ ਲਈ ਅਭਿਸ਼ੇਕ ਕੀਤਾ। ਜਦੋਂ ਦਾਊਦ ਨੂੰ ਇਹ ਖਬਰ ਮਿਲੀ ਕਿ ਗਲਿਆਦ ਇਲਾਕੇ ਦੇ ਜਵੇਸ਼ ਨਗਰ ਦੇ ਲੋਕਾਂ ਨੇ ਸਾਊਲ ਦਾ ਅੰਤਮ ਸੰਸਕਾਰ ਕੀਤਾ ਹੈ,
ਤਾਂ ਉਸਨੇ ਇਹ ਸੰਦੇਸ਼ ਦੇ ਕੇ ਜਬੇਸ਼ ਨਿਵਾਸੀਆਂ ਕੋਲੋਂ ਆਪਣੇ ਸੰਦੇਸ਼ ਵਾਹਕ ਘੱਲੇ, ਪ੍ਰਭੂ ਤੁਹਾਨੂੰ ਸੀਸ ਨਾਲ ਮਾਲਾ ਮਾਲ ਕਰ ਰਹੇ, ਕਿਉਂਕਿ ਤੁਸੀਂ ਆਪਣੇ ਰਾਜਾ ਸਾਊਲ ਨਾਲ ਅੰਤਮ ਸਮੇਂ ਤੱਕ ਵਫਾਦਾਰੀ ਦਿਖਾਈ ਹੈ ਤੇ ਉਸ ਦਾ ਅੰਤਮ ਸੰਸਕਾਰ ਕੀਤਾ। ਪ੍ਰਭੂ ਤੁਹਾਡੇ ਉੱਤੇ ਦਇਆ ਕਰੇ ਅਤੇ ਮੈਂ ਵੀ ਤੁਹਾਡੇ ਨਾਲ ਤੁਹਾਡੇ ਕੀਤੇ ਕਾਰਨ ਭਲਾਈ ਕਰਾਂਗਾ। ਤੁਸੀਂ ਹੁਣ ਤਕੜੇ ਹੋਵੋ ਅਤੇ ਦਲੇਰ ਬਣੋ। ਸਾਊਲ ਤੁਹਾਡਾ ਰਾਜਾ ਮਰ ਗਿਆ ਹੈ ਅਤੇ ਯਹੂਦਾ ਦੇ ਲੋਕਾਂ ਨੇ ਮੇਰਾ ਆਪਣੇ ਰਾਜਾ ਹੋਣ ਦੇ ਲਈ ਅਭਿਸ਼ੇਕ ਕੀਤਾ ਹੈ। ਈਸ਼ ਬੋਸ਼ਤ ਦਾ ਇਜ਼ਰਾਈਲ ਦਾ ਰਾਜਾ ਥਾਪੇ ਜਾਣਾ। ਸਾਊਲ ਦਾ ਸੈਨਾਪਤੀ ਨੇਰ ਦਾ ਪੁੱਤਰ ਅਬਨੇਰ ਸਾਊਲ ਦੇ ਪੁੱਤਰ ਈਸ਼ ਬੋਸ਼ਤ ਨੂੰ ਲੈ ਕੇ ਮਹਨਾਇਮ ਨਗਰ ਵਿੱਚ ਚਲਾ ਗਿਆ। ਉੱਥੇ ਅਬਨੇਰ ਅਤੇ ਈਸ਼ ਬੋਸ਼ਤ ਨੂੰ ਗਲਿਆਦ, ਅਸੂਰ, ਜਜ਼ਰਾਇਲ, ਅਫਰਾਇਮ, ਬਨਿਆਮੀਨ ਅਰਥਾਤ ਸਾਰੇ ਇਜ਼ਰਾਈਲ ਦਾ ਰਾਜਾ ਘੋਸ਼ਿਤ ਕਰ ਦਿੱਤਾ। ਈਸ਼ ਬੋਸ਼ਤ ਦੀ ਉਮਰ ਉਸ ਸਮੇਂ 40 ਸਾਲ ਸੀ ਤੇ ਉਸਨੇ 2 ਸਾਲਾਂ ਤੱਕ ਇਜ਼ਰਾਈਲ ਉੱਤੇ ਰਾਜ ਕੀਤਾ। ਪਰ ਯਹੂਦਾ ਦਾ ਕਬੀਲਾ ਦਾਊਦ ਦਾ ਵਫਾਦਾਰ ਸੀ ਅਤੇ ਉਸਨੇ ਹਬਰੋਨ ਵਿੱਚ ਯਹੂਦਾ ਤੇ 7 ਸਾਲ ਰਾਜ ਕੀਤਾ। ਜਿਹੜਾ ਪਹਿਲਾ 7 ਸਾਲ ਦਾ ਉਸਦਾ ਅਸੀਂ ਰਾਜ ਦੇਖਦੇ ਪਏ ਆ, ਉਹ ਬਾਕੀ ਇਜ਼ਰਾਈਲ ਤੇ ਨਹੀਂ ਸੀਗਾ। ਬਾਕੀ ਇਜ਼ਰਾਈਲ ਦੇ ਉੱਤੇ ਅਸੀਂ ਇਹ ਦੇਖਦੇ ਪਏ ਆ ਕਿ ਹਾਲੇ ਵੀ ਜਿਹੜਾ ਸੀਗਾ ਅਬਨੇਰ, ਜਿਹੜਾ ਉੱਥੇ ਦਾ ਬੇਸਿਕਲੀ ਜਿਹੜਾ ਉਹਨਾਂ ਦਾ ਮੇਨ ਜਨਰਲ ਸੀਗਾ। ਅਬਨੇਰ ਨੇ ਜਿਹੜਾ ਸੀਗਾ ਉਸਦਾ ਇੱਕ 40 ਸਾਲ ਦਾ ਮੁੰਡਾ ਸੀਗਾ, ਉਸਨੂੰ ਲਿਆ ਔਰ ਉਸਨੂੰ ਰਾਜਾ ਬਣਾਤਾ। ਔਰ ਉਹ ਸਿਰਫ ਜੇ ਰਾਜਾ ਆ ਨਾ ਤੇ ਉਹ ਸਿਰਫ ਇੱਕ ਤਰ੍ਹਾਂ ਦਾ ਕੀ ਉਹਨੂੰ ਕਹਿੰਦੇ ਹੁੰਦੇ ਆ, ਪਪਟ ਰਾਜਾ ਆ। ਤੇ ਅਸਲ ਦੇ ਵਿੱਚ ਜਿਹੜਾ ਰਾਜ ਕਰਦਾ ਪਿਆ ਉਹ ਅਬਨੇਰ ਕਰਦਾ ਪਿਆ। ਚਲਦੀ ਉੱਥੇ ਅਬਨੇਰ ਦੀ ਪਈ, ਕਿਉਂਕਿ ਅਬਨੇਰ ਨੇ ਉਹ ਦਾਊਦ ਦੇ ਨਾਲ ਉਸਨੇ ਸੰਧੀ ਨਹੀਂ ਕੀਤੀ। ਉਸਨੇ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਦਾਊਦ ਰਾਜਾ ਬਣੇਗਾ ਔਰ ਉਸਨੇ ਕਿਹਾ ਕਿ ਨਹੀਂ। ਸੋ ਇਸ ਵੇਲੇ ਅਸੀਂ ਇਹ ਦੇਖਦੇ ਪਏ ਹਾਂ ਕਿ 2 ਰਾਜੇ ਜਿਹੜੇ ਆ ਉਹ ਸਥਾਪਿਤ ਆ ਸਾਰੇ ਦੇਸ਼ ਦੇ ਉੱਤੇ। ਔਰ ਇਹ ਪਹਿਲੇ 7 ਸਾਲ ਜਿਹੜੇ ਸੀਗੇ, ਸੋ ਜਿਹੜਾ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਅਸੀਂ ਦੇਖਦੇ ਪਏ ਹਾਂ ਅਗੱਬੇ ਯੈਲੋ ਤੇ ਜਿਹੜਾ ਸਾਰਾ ਇਲਾਕਾ, ਇਹ ਇੰਨਾ ਇਲਾਕਾ, ਇਹਦੇ ਉੱਤੇ ਉਸਨੇ ਰਾਜ ਕੀਤਾ। ਦਾਊਦ ਨੇ 7 ਸਾਲ ਇੱਥੇ ਰਾਜ ਕੀਤਾ। ਔਰ ਬਾਕੀ ਜਿਹੜਾ ਸਾਰਾ ਇਲਾਕਾ ਹੈਗਾ, ਇਹ ਸਾਰੇ ਇਲਾਕੇ ਦੇ ਉੱਤੇ ਸਾਊਲ ਦੇ ਮੁੰਡੇ ਨੇ ਰਾਜ ਕੀਤਾ, ਜਿਸ ਦਾ ਨਾਂ ਅਸੀਂ ਦੇਖਦੇ ਪਏ ਹਾਂ ਕਿ ਇਸ਼ਬੋਤ ਜਿਸ ਦਾ ਨਾਂ ਆ। ਔਰ ਇਹ ਪਹਿਲੇ 7 ਸਾਲ ਜਿਹੜੇ ਦਾਊਦ ਦੇ ਸੀਗੇ ਉਹ ਸਿਰਫ ਉਸ ਯਹੂਦਾ ਔਰ ਯਹੂਦਾ ਦੇ ਕਬੀਲੇ ਤੇ ਸੀਗੇ। ਔਰ ਹੈਬਰੋਨ ਜਿਹੜਾ ਇੱਥੇ ਜਿਹੜਾ ਆਉਂਦਾ ਹੈਗਾ, ਇਹ ਇੱਥੋਂ ਇਸ ਵਾਦੀ ਤੋਂ ਵਿੱਚ ਉਸਦੀ ਪਹਿਲੀ ਜਿਹੜੀ ਸੀਗੀ, ਜਿਹੜੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਕਿ ਜਿਹੜੀ ਪਹਿਲਾਂ ਉਸਦਾ ਜਿਹੜਾ ਮੇਨ ਏਰੀਆ ਜਿਹੜਾ ਸੀਗਾ ਉਹ ਹੈਬਰੋਨ ਤੋਂ ਰਾਜ ਕਰਦਾ ਪਿਆ ਸੀ। ਔਰ ਇਹ ਸਾਰੇ ਇਲਾਕੇ ਦੇ ਉੱਤੇ ਉਸਦਾ ਰਾਜ ਸੀ। ਇੱਥੋਂ ਲੈ ਕੇ ਨਫਤਾਲੀ, ਆਸਰ, ਜਬਲੂਨ, ਇਸਖਾਰ, ਮਨੇਸਾ, ਅਫਰਾਇਮ, ਗਾਦ, ਦਾਨ ਔਰ ਅਬੂਨ ਦੇ ਕਬੀਲੇ ਦੇ ਉੱਤੇ ਜਿਹੜਾ ਰਾਜ ਸੀ ਉਹ ਹਾਲੇ ਵੀ ਸਾਊਲ ਦੇ ਪੁੱਤਰ ਦਾ ਸੀ। ਉਹ ਇਹ 7 ਸਾਲ ਜਿਸ ਲਈ ਗੁਜ਼ਰ ਗਏ ਤੇ ਹੁਣ ਅਸੀਂ ਪਹੁੰਚ ਚੁੱਕੇ ਹੈਗੇ ਆ -7 years 1018 ਸਾਲ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ। ਔਰ ਇੱਥੇ ਹੁਣ ਜੰਗ ਜਿਹੜੀ ਆ ਉਹ ਸ਼ੁਰੂ ਹੋ ਗਈ। ਇੱਕ ਤਰ੍ਹਾਂ ਦੀ ਸਿਵਲ ਵਾਰ ਲੱਗ ਗਈ। ਇਜ਼ਰਾਈਲ ਦੇ ਨਾਲ ਹੀ ਲੜਦੇ ਪਏ ਆ। ਇਹਨਾਂ ਦੀ ਵਿੱਚ ਆਪਸ ਦੇ ਵਿੱਚ ਜੰਗ ਸ਼ੁਰੂ ਹੋ ਗਈ। 12 ਤੋਂ ਲੈ ਕੇ ਆਓ ਅਸੀਂ 12 ਤੋਂ ਲੈ ਕੇ ਆਓ ਪਹਿਲਾਂ 20 ਤੱਕ ਦੇਖਦੇ। ਮੈਂ ਪੜ੍ਹ ਦਿੰਦੀ ਕੁਐਸਚਨ। ਇਜ਼ਰਾਈਲ ਤੇ ਯਹੂਦਾ ਵਿਚਕਾਰ ਲੜਾਈ। ਈਸ਼ਬੋਸ਼ ਦੇਸ਼ ਦੇ ਅਧਿਕਾਰੀ ਅਤੇ ਨੇਰ ਦਾ ਪੁੱਤਰ ਅਬਨੇਰ ਮਹਨਾਇਮ ਤੋਂ ਚੱਲ ਕੇ ਗਿਬਿਓਨ ਵਿੱਚ ਆਏ। ਦੂਜੇ ਪਾਸੇ ਦਾਊਦ ਦੇ ਅਧਿਕਾਰੀ ਅਤੇ ਸਰੂਆ ਦਾ ਪੁੱਤਰ ਯੋਆਬ ਵੀ ਗਿਬਿਓਨ ਵਿੱਚ ਆਏ। ਦੋਵੇਂ ਦਲ ਉੱਥੇ ਇੱਕ ਤਲਾਅ ਦੇ ਦੋਹਾਂ ਕੰਢਿਆਂ ਤੇ ਬੈਠ ਗਏ। ਇੱਕ ਦਲ ਇੱਕ ਕੰਢੇ ਉੱਤੇ ਤੇ ਦੂਜਾ ਦਲ ਦੂਜੇ ਕੰਢੇ ਉੱਤੇ। ਤਦ ਅਬਨੇਰ ਨੇ ਯੋਆਬ ਨੂੰ ਕਿਹਾ, ਦੋਹਾਂ ਦਲਾਂ ਵਿੱਚ ਕੁਝ ਚੁਣੇ ਹੋਏ ਜਵਾਨ ਨਿਕਲ ਕੇ ਸਾਡੇ ਸਾਹਮਣੇ ਲੜਨ, ਤਾਂ ਅਸੀਂ ਦੇਖੀਏ ਕੌਣ ਜਿੱਤਦਾ ਹਾਰਦਾ ਹੈ।
ਜਵਾਬ ਨੇ ਉੱਤਰ ਦਿੱਤਾ, ਠੀਕ ਹੈ। ਸੋ ਈਸ਼ਬੋਸ਼ਤ ਨੇ 12 ਆਦਮੀ ਜੋ ਬਿਨਯਾਮੀਨ ਦੇ ਕਬੀਲੇ ਦੇ ਸਨ ਅੱਗੇ ਅੱਗੇ ਆਏ ਅਤੇ 12 ਹੀ ਦਾਊਦ ਦੇ ਦਲ ਦੇ। ਫਿਰ ਉਹਨਾਂ 24 ਆਦਮੀਆਂ ਨੇ ਇੱਕ ਦੂਜੇ ਦੇ ਸਿਰਾਂ ਤੋਂ ਫੜਿਆ ਤੇ ਇੱਕ ਦੂਜੇ ਦੀ ਬੱਖੀ ਵਿੱਚ ਆਪਣੀ ਆਪਣੀ ਕਟਾਰ ਖੋਭ ਦਿੱਤੀ। ਸੋ 24 ਦੇ 24 ਧਰਤੀ ਉੱਤੇ ਡਿੱਗ ਪਏ ਅਤੇ ਮਰ ਗਏ। ਇਸ ਕਾਰਨ ਗਿਬਿਓਨ ਦੀ ਉਸ ਥਾਂ ਦਾ ਨਾਂ ਤਲਵਾਰਾਂ ਦਾ ਖੇਤ ਪੈ ਗਿਆ। ਤਦ ਉਹ ਦਿਨ ਦੋਹਾਂ ਦਲਾਂ ਵਿੱਚ ਘੋਰ ਯੁੱਧ ਛਿੜ ਪਿਆ ਅਤੇ ਅਬਨੇਰ ਤੇ ਇਸਰਾਏਲੀ ਲੋਕ ਦਾਊਦ ਦੇ ਆਦਮੀਆਂ ਸਾਹਮਣੇ ਹਾਰ ਗਏ। ਸਰੂਆ ਦੇ 3 ਪੁੱਤਰ ਸਨ, ਜੋਆਬ, ਅਬੀਸ਼ਈ ਅਤੇ ਅਸਾਹੇਲ। ਅਸਾਹੇਲ ਹਿਰਨ ਤੋਂ ਵੀ ਤੇਜ਼ ਦੌੜ ਸਕਦਾ ਸੀ ਅਤੇ ਅਸਾਹੇਲ ਨੱਕ ਦੀ ਸਿੱਧੇ ਅਬਨੇਰ ਦੇ ਪਿੱਛੇ ਦੌੜਨ ਲੱਗਾ। ਤਦ ਅਬਨੇਰ ਨੇ ਪਿੱਛੇ ਮੁੜ ਕੇ ਅਸਾਹੇਲ ਵੱਲ ਦੇਖਿਆ ਤੇ ਕਿਹਾ, ਕੀ ਤੂੰ ਅਸਾਹੇਲ ਮੇਰਾ ਪਿੱਛਾ ਕਰ ਰਿਹਾ ਹੈ? ਹਾਂ, ਇਹ ਮੈਂ ਅਸਾਹੇਲ ਹੀ ਹਾਂ, ਉਸਨੇ ਉੱਤਰ ਦਿੱਤਾ। ਹੁਣ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਝੜਪਾਂ ਸ਼ੁਰੂ ਹੋ ਗਈਆਂ। ਅਬਨੇਰ ਕਹਿ ਰਿਹਾ ਕਿ ਨਹੀਂ, ਜਿਹੜਾ ਸਾਰੇ ਦਾ ਸਾਰਾ ਜਿਹੜਾ ਰਾਜ ਆ ਉਹ ਸਾਊਲ ਦੇ ਪੁੱਤਰ ਨੂੰ ਮਿਲਣਾ ਚਾਹੀਦਾ। ਲੇਕਿਨ ਯਹੂਦਾ ਦਾ ਕਬੀਲਾ ਇਹ ਕਹਿ ਰਿਹਾ ਕਿ ਨਹੀਂ, ਇਹ ਜਿਹੜਾ ਰਾਜ ਆ ਇਹ ਪ੍ਰਭੂ ਨੇ ਦਾਊਦ ਨੂੰ ਦਿੱਤਾ। ਸੋ ਹੁਣ ਆਹਿਸਤਾ ਆਹਿਸਤਾ ਅਸੀਂ ਦੇਖਣਾ ਕਿ ਉਹਨਾਂ ਨੇ ਹਾਰਨਾ ਸ਼ੁਰੂ ਕਰ ਦੇਣਾ। ਬੇਸ਼ੱਕ ਉਹ ਨੰਬਰ ਦੇ ਵਿੱਚ ਬਹੁਤ ਵੱਡੇ, ਲੇਕਿਨ ਪ੍ਰਭੂ ਦਾ ਜਿਹੜਾ ਸਾਥ ਆ ਉਹ ਦਾਊਦ ਦੇ ਲੋਕਾਂ ਦੇ ਨਾਲ, ਦਾਊਦ ਦੀ ਫੌਜ ਦੇ ਨਾਲ। ਸੋ ਪਹਿਲਾਂ ਛੋਟੀਆਂ ਛੋਟੀਆਂ ਝੜਪਾਂ ਤੋਂ ਬਾਅਦ ਫਿਰ ਹੁਣ ਘੋਰ ਯੁੱਧ ਉਹਨਾਂ ਵਿੱਚ ਸ਼ੁਰੂ ਹੋ ਗਏ। ਔਰ ਇਸ ਵੇਲੇ ਜਿਹੜਾ ਵੀ ਕੋਈ ਆ ਉਹ ਅਬਨੇਰ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ। ਉਹਨਾਂ ਨੂੰ ਪਤਾ ਆ ਕਿ ਇਸ ਸਾਰੀ ਚੀਜ਼ ਦੇ ਪਿੱਛੇ ਅਬਨੇਰ ਆ। ਇਸ ਜਿਹੜਾ ਸਾਊਲ ਦਾ ਪੁੱਤਰ ਉਹ ਰਾਜ ਕਰਨ ਦੇ ਯੋਗ ਹੈ ਨਹੀਂ। ਸੋ ਅਬਨੇਰ ਨੇ ਇੱਕ ਆਪਣੀ ਕਿੰਗਡਮ ਬਣਾਈ ਹੋਆ। ਸੋ ਉਸਨੇ ਉਸਦੇ ਪਿੱਛੇ ਹਰੇਕ ਦੀ ਕੋਸ਼ਿਸ਼ ਆ ਕਿ ਅਬਨੇਰ ਨੂੰ ਮਾਰਨ ਦੀ। ਸੋ ਅਸੀਂ ਪਹਿਲਾਂ ਦੇਖਦੇ ਪਏ ਕਿ ਅਸਾਹੇਲ ਨੇ ਉਸਦਾ ਪਿੱਛਾ ਕੀਤਾ, ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਸੋ ਆਓ 21 ਆਇਤ ਤੋਂ ਲੈ ਕੇ ਆਓ ਇਸ ਨੂੰ ਖਤਮ ਕਰੀਏ। 31 ਦਾ। ਅਬਨੇਰ ਨੇ ਅਸਾਹੇਲ ਨੂੰ ਕਿਹਾ, ਤੂੰ ਮੇਰਾ ਪਿੱਛਾ ਕਰਨਾ ਛੱਡ ਦੇ ਅਤੇ ਕਿਸੇ ਇੱਕ ਫੌਜੀ ਜਵਾਨ ਦਾ ਪਿੱਛਾ ਕਰਕੇ ਉਸ ਕੋਲ ਜੋ ਹੈ ਖੋਹ ਲੈ। ਪਰ ਅਸਾਹੇਲ ਉਸੇ ਦਾ ਪਿੱਛਾ ਕਰਦਾ ਰਿਹਾ। ਸੋ ਅਬਨੇਰ ਨੇ ਫਿਰ ਉਸਨੂੰ ਕਿਹਾ, ਤੂੰ ਮੇਰੇ ਪਿੱਛੇ ਨਾ ਆ। ਤੂੰ ਮੈਨੂੰ ਕਿਉਂ ਮਜਬੂਰ ਕਰ ਰਿਹਾ ਹੈ ਕਿ ਮੈਂ ਤੇਰਾ ਕਤਲ ਕਰਾਂ? ਮੈਂ ਤੇਰੇ ਭਰਾ ਜੋਆਬ ਨੂੰ ਕਿਸ ਤਰ੍ਹਾਂ ਮੂੰਹ ਦਿਖਾਵਾਂਗਾ? ਪਰ ਅਸਾਹੇਲ ਨੇ ਉਸ ਦਾ ਕਿਹਾ ਨਾ ਮੰਨਿਆ। ਤਦ ਅਬਨੇਰ ਨੇ ਪਿੱਛਾ ਮੁੜ ਕੇ ਆਪਣੇ ਨੇਜੇ ਦਾ ਫਲ ਅਸਾਹੇਲ ਦੇ ਢਿੱਡ ਵਿੱਚ ਖੋਭ ਦਿੱਤਾ, ਜੋ ਸਿੱਧਾ ਉਸਦੇ ਸਰੀਰ ਦੇ ਆਰ ਪਾਰ ਨਿਕਲ ਗਿਆ। ਅਸਾਹੇਲ ਉੱਥੇ ਹੀ ਡਿੱਗ ਕੇ ਮਰ ਗਿਆ। ਪਿੱਛੋਂ ਜੋ ਕੋਈ ਉੱਥੇ ਆਉਂਦਾ ਸੀ, ਅਸਾਹੇਲ ਦੀ ਲਾਸ਼ ਕੋਲ ਚੁੱਪਚਾਪ ਖੜਾ ਹੋ ਜਾਂਦਾ ਸੀ। ਪਰ ਜੋਆਬ ਅਤੇ ਅਬੀਸ਼ਾਈ ਅਬਨੇਰ ਦਾ ਪਿੱਛਾ। ਉਹ ਸਿਸਟਰ ਜੀ ਤੁਹਾਡਾ ਬੰਦ ਹੋ ਗਿਆ, ਦੁਬਾਰਾ ਖੋਲਿਓ। ਅੱਛਾ ਜੀ, ਉਹ ਇੱਕਦਮ ਹੋ ਗਿਆ। ਹਾਂਜੀ, ਕਿੱਥੋਂ ਪੜ੍ਹਾਂ ਫਿਰ ਦੁਬਾਰਾ ਜੀ? ਨਹੀਂ, ਤੁਸੀਂ 24 ਆਇਤ ਤੋਂ। ਹਾਂਜੀ। ਪਰ ਜੋਆਬ ਅਤੇ ਅਬੀਸ਼ਾਈ ਅਬਨੇਰ ਦਾ ਪਿੱਛਾ ਕਰਦੇ ਰਹੇ ਅਤੇ ਉਹ ਉਸ ਦਾ ਪਿੱਛਾ ਕਰਦੇ ਹੋਏ ਤਰਕਾਲਾਂ ਤੱਕ ਅਮਾਹ ਦੇ ਪਹਾੜ ਕੋਲ ਪਹੁੰਚ ਗਏ। ਅਮਾਹ ਦਾ ਪਹਾੜ ਗਿਬਿਓਨ ਦੀ ਉਜਾੜ ਦੇ ਵੱਲ ਜਾਂਦੇ ਰਾਹ ਗਿਆ ਦੇ ਸਾਹਮਣੇ ਹੈ। ਜੋ ਬਿਨਯਾਮੀਨ ਕਬੀਲੇ ਦੇ ਆਦਮੀ ਇਕੱਠੇ ਹੋ ਕੇ ਅਬਨੇਰ ਦੇ ਪਿੱਛੇ ਖੜੇ ਹੋ ਗਏ ਅਤੇ ਉਹ ਪਹਾੜ ਦੀ ਚੋਟੀ ਉੱਤੇ ਜਾ ਚੜੇ। ਤਦ ਅਬਨੇਰ ਨੇ ਜਵਾਬ ਨੂੰ ਆਵਾਜ਼ ਦੇ ਕੇ ਕਿਹਾ ਕਿ ਸਾਡੀਆਂ ਤਲਵਾਰਾਂ ਹਮੇਸ਼ਾ ਤੱਕ ਚੱਲਦੀਆਂ ਰਹਿਣਗੀਆਂ। ਕੀ ਤੂੰ ਜਾਣਦਾ ਨਹੀਂ ਇਸ ਦਾ ਅੰਤ ਕੋੜਾ ਹੀ ਹੋਵੇਗਾ? ਅਸੀਂ ਤਾਂ ਆਖਰ ਤੁਹਾਡੇ ਭਰਾ ਹੀ ਹਾਂ। ਫਿਰ ਤੂੰ ਮੇਰੇ ਅਤੇ ਤੇਰੇ ਆਦਮੀ ਕਦੋਂ ਤੱਕ ਸਾਡਾ ਪਿੱਛਾ ਕਰਦੇ ਰਹੋਗੇ? ਤਾਂ ਜਵਾਬ ਨੇ ਉੱਤਰ ਦਿੱਤਾ, ਜਿਉਂਦੇ ਪਰਮੇਸ਼ਰ ਦੀ ਸਹੁੰ, ਜੇਕਰ ਤੂੰ ਨਾ ਬੋਲਦਾ ਤਾਂ ਅਸੀਂ ਅਗਲੀ ਸਵੇਰ ਤੱਕ ਤੁਹਾਡਾ ਪਿੱਛਾ ਕਰਦੇ ਰਹਿੰਦੇ। ਸੋ ਜਵਾਬ ਨੇ ਬਿਗਲ ਵਜਾਇਆ ਅਤੇ ਉਸ ਦੇ ਆਦਮੀਆਂ ਨੇ ਇਸਰਾਏਲੀਆਂ ਦਾ ਪਿੱਛਾ ਕਰਨਾ ਛੱਡ ਦਿੱਤਾ ਅਤੇ ਉਹਨਾਂ ਦੀ ਲੜਾਈ ਵੀ ਰੁਕ ਗਈ। ਤਦ ਅਬਨੇਰ ਅਤੇ ਉਸ ਦੇ ਆਦਮੀ ਸਾਰੀ ਰਾਤ ਚੱਲਦੇ ਰਹੇ ਅਤੇ ਅੰਤੋਂ ਜਰਦਨ ਦਰਿਆ ਪਾਰ ਕਰਕੇ ਬਿਤਰੋਨ ਤੋਂ ਹੁੰਦੇ ਹੋਏ ਮਹਿਨਾਇਮ ਵਿੱਚ ਪਹੁੰਚ ਗਏ। ਫਿਰ ਜਵਾਬ ਜਦੋਂ ਅਬਨੇਰ ਦਾ ਪਿੱਛਾ ਕਰਨ ਤੋਂ ਮੁੜਿਆ ਤਾਂ ਉਸਨੇ ਆਪਣੇ ਸਾਰੇ ਲੋਕਾਂ ਨੂੰ ਇਕੱਠਿਆਂ ਕਰਕੇ ਉਹਨਾਂ ਦੀ ਗਿਣਤੀ ਕੀਤੀ ਤਾਂ ਅਸਾਹੇਲ ਤੋਂ ਇਲਾਵਾ 19 ਆਦਮੀ ਹੋਰ ਘੱਟ ਸਨ। ਪਰ ਦਾਊਦ ਦੇ ਆਦਮੀਆਂ ਨੇ ਅਬਨੇਰ ਦੇ 360 ਆਦਮੀ ਮਾਰੇ, ਜੋ ਬਿਨਯਾਮੀਨ ਕਬੀਲੇ ਵਿੱਚੋਂ ਸਨ। ਜੋਆਬ ਅਤੇ ਉਸਦੇ ਆਦਮੀਆਂ ਨੇ ਅਸਾਹੇਲ ਦੀ ਲਾਸ਼ ਚੁੱਕ ਲਈ ਅਤੇ ਬੈਤਲਹਮ ਵਿੱਚ ਲਿਆ ਕੇ ਉਸਨੇ ਉਸਦੇ ਟੱਬਰ ਦੀ ਕਬਰ ਵਿੱਚ ਦਫਨਾ ਦਿੱਤਾ। ਫਿਰ ਉਹਨਾਂ ਸਾਰੀ ਰਾਤ ਸਫ਼ਰ ਕੀਤਾ ਤੇ ਦਿਨ ਚੜ੍ਹਨ ਤੱਕ ਉਹ ਹਬਰੋਨ ਪਹੁੰਚ ਗਏ। ਸੋ ਦੋਨੋਂ ਆਪਣੀਆਂ ਆਪਣੀਆਂ ਰਾਜਧਾਨੀਆਂ ਦੇ ਵਿੱਚ ਪਹੁੰਚ ਗਏ। ਸੋ ਅਬਨੇਰ ਦੋਨੇ ਪਾਸੇ ਚੱਲਦਾ ਪਿਆ। ਉਸਨੇ ਰਾਜਾ ਵੀ ਉਸਨੂੰ ਬਣਾ ਦਿੱਤਾ ਹੈ
ਇੱਕ ਪਪਟ ਰਾਜਾ ਬਣਾਤਾ। ਔਰ ਜਿਸ ਵੇਲੇ ਫੌਜ ਨੇ ਉਹਦੇ ਤੇ ਚੜ੍ਹਾਈ ਕਰ ਦਿੱਤੀ ਤਾਂ ਕਹਿੰਦਾ ਅਸੀਂ ਤਾਂ ਤੁਹਾਡੇ ਵਰਗੇ ਇਜ਼ਰਾਈਲੀ ਭਰਾ ਆ, ਤੁਸੀਂ ਸਾਡਾ ਪਿੱਛਾ ਕਿਉਂ ਕਰਦੇ ਪਏ? ਦੋਨੇ ਪਾਸੇ ਖੇਲਦਾ ਪਿਆ ਕਿ ਰਾਜਾ ਤਾਂ ਜਿਹੜਾ ਬਣਿਆ ਹੈਗਾ ਆ ਉਹ ਸਾਊਲ ਦਾ ਪੁੱਤਰ ਬਣਿਆ, ਉਹਨਾਂ ਨੂੰ ਪਤਾ ਹੈ ਪ੍ਰਭੂ ਨੇ ਰਾਜ ਖੋਲਿਆ, ਤੁਸੀਂ ਮੇਰਾ ਪਿੱਛਾ ਕਿਉਂ ਕਰਦੇ ਪਏ? ਸੋ ਉਸਨੇ ਇਹ ਚਾਲ ਖੇਲੀ ਆ ਆਪਣੀ ਜਾਨ ਬਚਾਉਣ ਦੇ ਲਈ। ਪਰ ਯੋਆਬ ਦੇ ਭਰਾ ਦੀ ਨੂੰ ਉਸਨੇ ਮਾਰਿਆ ਆ। ਇਹ ਕੁਛ ਹੁੰਦਿਆਂ ਹੋਇਆਂ ਵੀ ਉਸਨੇ ਕਿਹਾ ਕਿ ਤੂੰ ਅਗਰ ਨਾ ਬੋਲਦਾ ਤਾਂ ਅਸੀਂ ਸਵੇਰ ਤੱਕ ਤੇਰਾ ਪਿੱਛਾ ਕਰਨਾ ਸੀ, ਤੈਨੂੰ ਛੱਡਣਾ ਨਹੀਂ ਸੀ, ਪਰ ਹੁਣ ਤੂੰ ਬੋਲ ਪਿਆ, ਤੂੰ ਕਹਿ ਦਿੱਤਾ ਕਿ ਨਹੀਂ ਭਾਈ ਮੈਂ ਤਾਂ ਜਿਹੜਾ ਰਾਜਾ ਹੁਕਮ ਦਿੰਦਾ ਮੈਂ ਤਾਂ ਉਹਦੇ ਅਨੁਸਾਰ ਲੜਨ ਆਉਣਾ ਪਿਆ, ਪਰ ਅਸੀਂ ਤੇਰੇ ਭਰਾ ਹਾਂ, ਇਹਦਾ ਅੰਤ ਤਾਂ ਕੌੜਾ ਹੀ ਹੋਣਾ, ਤੁਸੀਂ ਵੀ ਮਰੋਗੇ ਅਸੀਂ ਵੀ ਮਰਾਂਗੇ। ਸੋ ਜਿਸ ਵੇਲੇ ਗਿਣਤੀ ਕੀਤੀ ਗਈ, ਅਸਾਹੇਲ ਤੇ ਜਿਹੜੇ 12 ਜਵਾਨ ਜਿਹੜੇ ਮਰੇ ਸੀਗੇ ਉਹ 13, ਉਸ ਤੋਂ ਇਲਾਵਾ ਉਹਨਾਂ ਦੇ 6 ਜਵਾਨ ਹੋਰ ਮਰੇ। ਲੇਕਿਨ ਦੂਸਰੇ ਪਾਸੇ ਕਾਫੀ ਕਾਂਡ ਹੋਇਆ ਔਰ ਉਹਨਾਂ ਨੂੰ ਮੈਦਾਨ ਛੱਡ ਕੇ ਦੌੜਨਾ ਪਿਆ। ਸੋ ਦਾਊਦ ਹੁਣ ਅਸੀਂ ਦਾਊਦ ਦਾ ਪਰਿਵਾਰ ਦੇਖਾਂਗੇ। ਔਰ ਕਿਉਂਕਿ ਕਾਫੀ ਸਮੇਂ ਤੱਕ ਯਾਨੀ ਕਿ ਅਗਲੇ 7 ਸਾਲ ਤੱਕ ਯੁੱਧ ਉਹਨਾਂ ਦੇ ਵਿੱਚ ਹੁੰਦਾ ਰਿਹਾ। ਸੋ ਆਓ ਅਸੀਂ ਤੀਸਰੇ ਪਾਪ ਦੇ ਵਿੱਚ ਅਸੀਂ ਆ ਗਏ ਹਾਂ। ਸੋ ਆਓ ਅਸੀਂ ਇਸ ਦੀਆਂ ਪਹਿਲੀਆਂ 5 ਆਇਤਾਂ ਪਹਿਲਾਂ ਦੇਖੀਏ। ਜਿਸ ਨੂੰ ਮਿਲ ਜਾ ਪੜ੍ਹਦਾ। ਦਾਊਦ ਦਾ ਪੁੱਤਰ। ਹਬਰੋਨ ਦੇ ਵਿੱਚ ਦਾਊਦ ਦੇ ਘਰ ਉਸ ਦੀਆਂ ਵੱਖ-ਵੱਖ ਪਤਨੀਆਂ ਤੋਂ ਉਸ ਦੇ ਇਹਨਾਂ ਪੁੱਤਰਾਂ ਨੇ ਜਨਮ ਲਿਆ। ਅਬਨੋਨ ਜਿਸ ਦੀ ਮਾਂ ਜਜ਼ਰੇਲ ਦੀ ਰਹਿਣ ਵਾਲੀ ਅਹੀਨੋਮ ਸੀ। ਕਿਲਿਆਸ ਜਿਸ ਦੀ ਮਾਂ ਅਬੀਗੈਲ ਸੀ, ਜੋ ਕਰਮਲ ਨਿਵਾਸੀ ਨਾਬਾਲ ਦੀ ਵਿਧਵਾ ਸੀ। ਅਬਸ਼ਾਲੋਮ ਜਿਸ ਦੀ ਮਾਂ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਮੀਕਾ ਸੀ। ਅਦੋਨੀਆ ਜਿਸ ਦੀ ਮਾਂ ਹੋਰੀਤ ਸੀ। ਸ਼ਫਟਿਆ ਜਿਸ ਦੀ ਮਾਂ ਅਬੀਟਾਲ ਸੀ ਅਤੇ ਜੇਬਰਿਆਮ ਜਿਸ ਦੀ ਮਾਂ ਅਗਲਾ ਸੀ। ਸੋ ਇਹ ਸਭ ਹਬਰੋਨ ਨਗਰ ਵਿੱਚ ਜੰਮੇ ਸਨ। ਸੋ ਹੁਣ ਉਸਦੇ ਬੱਚਿਆਂ ਦੀ ਗਿਣਤੀ ਸਾਨੂੰ ਪਤਾ ਲੱਗੀ ਕਿ ਉਸਦੇ ਜਿਹੜੇ ਬੱਚੇ ਉਸਦੇ ਘਰ ਜਿਹੜੇ ਪੈਦਾ ਹੋਏ ਉਹ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਦੇਖਦੇ ਕਿ ਅਮਨੋਨ, ਅਸੀਂ ਸਾਰੇ ਇਹਨਾਂ ਬੱਚਿਆਂ ਨੂੰ ਬਾਰ-ਬਾਰ ਪੜ੍ਹਨਾ। ਜੋ ਅਹੀਨੋਮ ਦਾ ਪੁੱਤਰ ਸੀ, ਕਲਿਆਬ ਜੋ ਐਬੀਗੇਲ ਦਾ ਸੀਗਾ, ਔਰ ਉਹ ਉਸਦਾ ਨਾਂ ਜਿਹੜਾ ਸੀਗਾ ਉਹ ਕੇਲਬ ਦੇ ਨਾਂ ਦੇ ਉੱਤੇ ਰੱਖਿਆ ਗਿਆ ਕਿਉਂਕਿ ਕੇਲਬ ਦੇ ਘਰਾਣੇ ਦੇ ਵਿੱਚੋਂ ਸੀ। ਸੋ ਇਸੇ ਤਰ੍ਹਾਂ ਅਬਸ਼ਾਲੋਮ ਜਿਸ ਦੀ ਮਾਂ ਗਸੂਰ ਦੇ ਰਾਜੇ ਦੀ ਤਲਮਈ ਦੀ ਧੀ ਸੀ। ਸੋ ਹੁਣ ਅਸੀਂ ਦੇਖਦੇ ਪਏ ਕਿ ਦੂਸਰਿਆਂ ਰਾਜਿਆਂ ਨੇ ਵੀ ਸੰਧੀ ਕਰਨੀ ਸ਼ੁਰੂ ਕਰ ਦਿੱਤੀ ਦਾਊਦ ਦੇ ਨਾਲ। ਸੋ ਅੱਗੇ ਅਸੀਂ ਦੇਖਦੇ ਪਏ ਹਾਂ ਕਿ ਅਦੋਨਿਆ ਜਿਸ ਦੀ ਮਾਂ ਹੋਰੀਤ ਸੀ, ਸ਼ਫਟਿਆ ਜਿਸ ਦੀ ਮਾਂ ਅਬੀਟਾਲ ਸੀ ਅਤੇ ਯਰਿਆਮ ਜਿਸ ਦੀ ਮਾਂ ਅਗਲਿਆ ਸੀ। ਔਰ ਇਹ ਸਾਰੇ ਜਿਹੜੇ ਬੱਚੇ ਸੀਗੇ ਉਸ ਤੇ ਪੈਦਾ ਹੋਏ ਹਬਰੋਨ ਦੇ ਵਿੱਚ। ਪਹਿਲੇ 7 ਸਾਲ ਜਿਹੜਾ ਉਹ ਰਾਜ ਉਸਨੇ ਕੀਤਾ, ਉਸ ਸਮੇਂ ਦੇ ਵਿੱਚ ਇਹ ਸਾਰੇ ਬੱਚੇ ਪੈਦਾ ਹੋਏ। ਔਰ ਬੇਸਿਕਲੀ 1020-22 ਦੇ ਸਾਲ ਦਾ ਸਮਾਂ ਆ ਇੱਥੇ, ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇਖਦੇ ਪਏ ਹਾਂ। ਲੇਕਿਨ ਲੰਬੀ ਲੜਾਈ ਉਹਨਾਂ ਦੇ ਵਿੱਚ ਚੱਲਦੀ ਰਹੀ, ਝੜਪਾਂ ਚੱਲਦੀਆਂ ਰਹੀਆਂ, ਜਗ੍ਹਾ ਜਗ੍ਹਾ ਦੇ ਉੱਤੇ ਮਿਲਟਰੀ ਐਕਸ਼ਨ ਹੁੰਦਾ ਰਿਹਾ। ਸੋ ਹੁਣ ਅਸੀਂ ਆ ਗਏ ਹਾਂ ਕਿ ਹੁਣ ਆਖਰ ਅਬਨੇਰ ਨੇ ਦਾਊਦ ਦੇ ਨਾਲ ਮਿਲਣ ਦੇ ਲਈ ਸਲਾਹ ਕਰ ਲਈ। ਉਸਨੇ ਦੇਖਿਆ ਕਿ देयर इज नो ਵਿਕਟਰੀ ਇਨ देयर, ਹਰੇਕ ਵਾਰੀ ਉਹਨਾਂ ਦੀ ਹਾਰ ਹੁੰਦੀ ਹੈ, ਪ੍ਰਭੂ ਉਹਨਾਂ ਦੇ ਨਾਲ ਨਹੀਂ। ਸੋ ਅੰਤ ਉਸਨੇ ਦੇਖ ਲਿਆ ਕਿ ਹੁਣ ਮੈਨੂੰ ਦਾਊਦ ਦੇ ਨਾਲ ਸੰਧੀ, ਔਰ ਉਸਦੇ ਸਾਊਲ ਦੇ ਪੁੱਤਰ ਨੇ ਆਪੇ ਦਰਵਾਜ਼ਾ ਖੋਲ ਦੇਣਾ। ਸੋ ਆਓ ਅਸੀਂ ਪਹਿਲੀਆਂ ਇਸ ਦੀਆਂ 21 ਆਇਤ ਤੱਕ ਦੇਖਦੇ ਹਾਂ। ਹਾਂਜੀ, ਮੈਂ ਪੜ੍ਹਦੀ ਭਾਸ਼ਣ। ਅਬਨੇਰ ਦਾ ਦਾਊਦ ਨਾਲ ਮਿਲਣਾ। ਸੋ ਜਿਵੇਂ ਜਿਵੇਂ ਦਾਊਦ ਤੇ ਸਾਊਲ ਦੇ ਟੱਬਰਾਂ ਵਿੱਚ ਲੜਾਈ ਵੱਧਦੀ ਗਈ, ਤਿਵੇਂ ਤਿਵੇਂ ਅਬਨੇਰ ਸਾਊਲ ਦੇ ਲੋਕਾਂ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਦਾ ਗਿਆ। ਸਾਊਲ ਦੀ ਇੱਕ ਰਖੇਲ ਸੀ ਜਿਸ ਦਾ ਨਾਂ ਰਿਜ਼ਪਾ ਸੀ ਅਤੇ ਉਹ ਅਯਾਹ ਦੀ ਧੀ ਸੀ। ਇਸ ਬਾਰੇ ਈਸ਼-ਬੋਸ਼ਤ ਨੇ ਅਬਨੇਰ ਨੂੰ ਕਿਹਾ, ਤੂੰ ਮੇਰੇ ਪਿਓ ਦੀ ਰਖੇਲ ਨਾਲ ਸੰਗ ਕਿਉਂ ਕੀਤਾ ਹੈ? ਅਬਨੇਰ ਇਹ ਸੁਣ ਕੇ ਬਹੁਤ ਕ੍ਰੋਧਿਤ ਹੋਇਆ ਤੇ ਉਸਨੇ ਈਸ਼-ਬੋਸ਼ਤ ਨੂੰ ਕਿਹਾ, ਕੀ ਤੂੰ ਮੈਨੂੰ ਯਹੂਦਾ ਦੇ ਲੋਕਾਂ ਦਾ ਕੋਈ ਘਟੀਆ ਆਦਮੀ ਸਮਝਿਆ ਹੈ? ਕੀ ਅੱਜ ਤੱਕ ਮੈਂ ਸਾਊਲ ਦੇ ਟੱਬਰ ਨਾਲ ਵਫਾਦਾਰੀ ਨਹੀਂ ਕੀਤੀ? ਮੈਂ ਤੇਰੇ ਪਿਓ
ਮੈਂ ਤੇਰੇ ਪਿਤਾ ਅਤੇ ਉਸ ਦੇ ਭਰਾਵਾਂ ਤੇ ਮਿੱਤਰਾਂ ਦਾ ਅੱਜ ਤੱਕ ਸਾਥ ਦਿੱਤਾ ਹੈ। ਮੈਂ ਤੈਨੂੰ ਦਾਊਦ ਦੇ ਹੱਥੀਂ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਜੋ ਕੁਝ ਅੱਜ ਤੂੰ ਹੈ ਮੇਰੇ ਕਾਰਨ ਹੀ ਹੈ। ਫਿਰ ਕੀ ਤੂੰ ਮੇਰੇ ਉੱਤੇ ਇੱਕ ਔਰਤ ਦੇ ਕਾਰਨ ਤੁਹਮਤ ਲਾ ਰਿਹਾ ਹੈ? ਪਰਮੇਸ਼ਰ ਅਬਨੇਰ ਤੋਂ ਬਦਲਾ ਲਵੇ, ਜੇਕਰ ਮੈਂ ਹੁਣ ਦਾਊਦ ਨੂੰ ਪਰਮੇਸ਼ਰ ਤੋਂ ਮਿਲੀ ਪ੍ਰਤਿਗਿਆ ਨੂੰ ਪੂਰੀ ਨਾ ਕਰਾਂ। ਪ੍ਰਭੂ ਨੇ ਕਿਹਾ ਹੈ ਕਿ ਮੈਂ ਸਾਊਲ ਦੇ ਵੰਸ਼ ਤੋਂ ਰਾਜ ਲੈ ਕੇ ਦਾਊਦ ਨੂੰ ਦੇਵਾਂਗਾ। ਦਾਊਦ ਦਾ ਰਾਜ ਸਾਰੇ ਇਜ਼ਰਾਈਲ ਅਤੇ ਯਹੂਦਾ ਉੱਤੇ ਦਾਨ ਤੋਂ ਬੇਅਰਸ਼ਵਾ ਤੱਕ ਹੋਵੇਗਾ। ਈਸ਼-ਬੋਸ਼ਤ ਨੇ ਅਬਨੇਰ ਨੂੰ ਇਸ ਦਾ ਕੋਈ ਉੱਤਰ ਨਾ ਦਿੱਤਾ, ਕਿਉਂਕਿ ਉਹ ਅਬਨੇਰ ਤੋਂ ਬਹੁਤ ਡਰਦਾ ਸੀ। ਤਦ ਅਬਨੇਰ ਨੇ ਦਾਊਦ ਕੋਲ ਹਬਰੋਨ ਵਿੱਚ ਸੰਦੇਸ਼ਵਾਹਕ ਇਹ ਕਹਿ ਕੇ ਘੱਲੇ, ਇਸ ਧਰਤੀ ਉੱਤੇ ਰਾਜ ਕੌਣ ਕਰੇਗਾ? ਤੂੰ ਮੇਰੇ ਨਾਲ ਸੰਧੀ ਕਰ, ਤਾਂ ਮੈਂ ਸਾਰੇ ਇਜ਼ਰਾਈਲ ਉੱਤੇ ਅਧਿਕਾਰ ਕਰਨ ਵਿੱਚ ਤੇਰੀ ਮਦਦ ਕਰਾਂਗਾ। ਦਾਊਦ ਨੇ ਅਬਨੇਰ ਨੂੰ ਉੱਤਰ ਦਿੱਤਾ, ਠੀਕ ਹੈ, ਮੈਂ ਤੇਰੇ ਨਾਲ ਸੰਧੀ ਕਰਾਂਗਾ, ਪਰ ਤੂੰ ਉਨਾ ਚਿਰ ਮੇਰਾ ਮੂੰਹ ਨਹੀਂ ਦੇਖ ਸਕੇਗਾ ਜਦੋਂ ਤੱਕ ਤੂੰ ਸਾਊਲ ਦੀ ਧੀ ਮੀਕਲ ਨੂੰ ਮੇਰੇ ਕੋਲ ਲੈ ਨਾ ਆਵੀਂ। ਦਾਊਦ ਨੇ ਈਸ਼-ਬੋਸ਼ਤ ਦੇ ਕੋਲ ਇਹ ਸੰਦੇਸ਼ ਘੱਲਿਆ, ਮੇਰੀ ਪਤਨੀ ਮੀਕਲ ਨੂੰ ਮੇਰੇ ਕੋਲ ਘੱਲ ਦੇ, ਜਿਸ ਨਾਲ ਮੈਂ ਫਿਲਿਸਤੀਆਂ ਦੇ 100 ਸਿਰ ਦੇ ਕੇ ਵਿਆਹ ਕੀਤਾ ਸੀ। ਸੋ ਈਸ਼-ਬੋਸ਼ਤ ਨੇ ਆਦਮੀ ਘੱਲ ਕੇ ਲਾਵਿਸ਼ ਦੇ ਪੁੱਤਰ ਫਲਟੀਏਲ ਕੋਲੋਂ ਮੀਕਲ ਨੂੰ ਖੋਹ ਲਿਆ। ਪਰ ਫਲਟੀਏਲ ਰੋਂਦਾ ਹੋਇਆ ਆਪਣੀ ਪਤਨੀ ਮੀਕਲ ਦੇ ਪਿੱਛੇ ਬਹਰੀਮ ਤੱਕ ਆਇਆ, ਪਰ ਅਬਨੇਰ ਨੇ ਉਸਨੂੰ ਪਿਛਾਂਹ ਮੋੜ ਦਿੱਤਾ। ਤਦ ਅਬਨੇਰ ਇਜ਼ਰਾਈਲੀਆਂ ਦੇ ਆਗੂਆਂ ਕੋਲ ਗਿਆ ਅਤੇ ਉਹਨਾਂ ਨੂੰ ਕਿਹਾ, ਤੁਸੀਂ ਬਹੁਤ ਸਮੇਂ ਤੋਂ ਚਾਹੁੰਦੇ ਹੋ ਕਿ ਦਾਊਦ ਤੁਹਾਡਾ ਰਾਜਾ ਹੋਵੇ। ਹੁਣ ਤੁਹਾਡੀ ਇੱਛਾ ਪੂਰੀ ਹੋਣ ਦਾ ਸਮਾਂ ਆ ਗਿਆ ਹੈ। ਉਸ ਦੇ ਬਾਰੇ ਪ੍ਰਭੂ ਨੇ ਕਿਹਾ ਸੀ ਕਿ ਮੈਂ ਆਪਣੇ ਦਾਸ ਦਾਊਦ ਦੇ ਰਾਹੀਂ ਆਪਣੇ ਲੋਕਾਂ ਇਜ਼ਰਾਈਲ ਨੂੰ ਫਿਲਿਸਤੀਆਂ ਅਤੇ ਉਹਨਾਂ ਦੇ ਬਾਕੀ ਦੇ ਵੈਰੀਆਂ ਦੇ ਹੱਥੋਂ ਬਚਾ ਕਰਾਂਗਾ। ਅਬਨੇਰ ਨੇ ਬਨਿਆਮੀਨ ਕਬੀਲੇ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਫਿਰ ਉਸਨੇ ਹਬਰੋਨ ਵਿੱਚ ਜਾ ਕੇ ਦਾਊਦ ਨੂੰ ਇਜ਼ਰਾਈਲੀਆਂ ਅਤੇ ਬਨਿਆਮੀਨ ਦੇ ਬਾਰੇ ਦੱਸਿਆ ਕਿ ਉਹ ਕੀ ਕਰਨਾ ਚਾਹੁੰਦੇ ਹਨ। ਜਦੋਂ ਅਬਨੇਰ ਆਪਣੇ 20 ਆਦਮੀਆਂ ਨਾਲ ਹਬਰੋਨ ਵਿੱਚ ਦਾਊਦ ਕੋਲ ਆਇਆ ਤਾਂ ਦਾਊਦ ਨੇ ਉਸ ਦੇ ਲਈ ਇੱਕ ਭੋਜ ਦਿੱਤਾ। ਉਸ ਵੇਲੇ ਅਬਨੇਰ ਨੇ ਦਾਊਦ ਨੂੰ ਕਿਹਾ, ਮੈਂ ਜਾ ਕੇ ਸਾਰੇ ਇਜ਼ਰਾਈਲੀਆਂ ਨੂੰ ਇਕੱਠੇ ਕਰਦਾ ਹਾਂ ਕਿ ਉਹ ਮੇਰੇ ਮਾਲਕ ਰਾਜਾ ਨਾਲ ਨੇਮ ਕਰਨ ਅਤੇ ਤੁਸੀਂ ਆਪਣੀ ਇੱਛਾ ਅਨੁਸਾਰ ਸਭ ਉੱਤੇ ਰਾਜ ਕਰੋ। ਇਸ ਲਈ ਦਾਊਦ ਨੇ ਉਸ ਨੂੰ ਸ਼ਾਂਤੀ ਨਾਲ ਵਿਦਾ ਕੀਤਾ। ਸੋ ਅਸੀਂ ਇਹ ਦੇਖਦੇ ਪਏ ਹਾਂ ਕਿ ਅਬਨੇਰ ਨੇ ਅਸ਼ਬੋਤ ਨੂੰ ਰਾਜਾ ਤਾਂ ਬਣਾ ਦਿੱਤਾ, ਪਰ ਉਸਦੇ ਦਿਲ ਦੇ ਵਿੱਚ ਕੋਈ ਕਦਰ ਨਹੀਂ ਉਸਦੀ। ਸੋ ਉਸਦੇ ਕੋਲ ਇੱਕ ਸਾਊਲ ਦੀ ਰਖੇਲ ਆ ਤੇ ਉਸਨੂੰ ਉਹ ਕਹਿ ਰਿਹਾ ਹੈਗਾ ਕਿ ਤੂੰ ਇਹ ਕੰਮ ਤੂੰ ਕਿਉਂ ਕੀਤਾ, ਕਿਉਂਕਿ ਪ੍ਰਭੂ ਨੇ ਹੁਣ ਰਾਜ ਖੋਣਾ ਸੀ, ਰਾਜ ਤਾਂ ਖੋ ਕੇ ਦੇਣਾ ਹੀ ਸੀਗਾ। ਸੋ ਪ੍ਰਭੂ ਨੇ ਇੱਥੇ ਇੱਕ ਐਸਾ ਕੰਮ ਕੀਤਾ, ਐਸਾ ਕੰਮ ਪੈਦਾ ਕੀਤਾ ਕਿ ਉਹਨਾਂ ਦੇ ਆਪਣੇ ਵਿੱਚ ਜੰਗ ਸ਼ੁਰੂ। ਪਰ ਅਬਨੇਰ ਨੇ ਕਿਹਾ ਕਿ ਤੂੰ ਇੱਕ ਨਿੱਕੀ ਜਿਹੀ ਗੱਲ ਦੇ ਲਈ ਤੂੰ ਮੇਰੀ ਬੇਇੱਜ਼ਤੀ ਕੀਤੀ। ਤੂੰ ਇੰਨਾ ਜਾਣਦਾ ਕਿ ਤੇਰਾ ਰਾਜ ਮੇਰੇ ਕਰਕੇ ਬਚਿਆ। ਔਰ ਜਿਸ ਵੇਲੇ ਉਸਨੇ ਬੇਵਕੂਫੀ ਕੀਤੀ ਤਾਂ ਅਬਨੇਰ ਨੇ ਵੀ ਉਸਦਾ ਸਾਥ ਛੱਡ ਦਿੱਤਾ। ਉਸਨੇ ਸਾਰੇ ਇਜ਼ਰਾਈਲੀਆਂ ਦੇ ਨਾਲ ਗੱਲ ਕੀਤੀ। ਉਸਨੇ ਕਿਹਾ ਕਿ ਪ੍ਰਭੂ ਨੇ ਕਹਿ ਦਿੱਤਾ ਹੈਗਾ ਕਿ ਸਾਊਲ ਦਾ ਰਾਜ ਨਹੀਂ ਹੋਵੇਗਾ, ਦਾਊਦ ਦਾ ਰਾਜ ਹੋਵੇਗਾ। ਤੇ ਕੀ ਤੁਸੀਂ ਦਾਊਦ ਨੂੰ ਆਪਣਾ ਰਾਜਾ ਬਣਾਉਣਾ ਚਾਹੁੰਦੇ? ਉਸ ਦੇ ਨਾਲ ਸਾਰਾ ਇਜ਼ਰਾਈਲ ਯੂਨਾਈਟ ਹੋ ਜਾਏਗਾ, ਇਕੱਠਾ ਹੋ ਜਾਏਗਾ, ਔਰ ਇਕੱਠਾ ਹੋ ਕੇ ਫਿਰ ਸਾਡੇ ਉੱਤੇ ਬਾਹਰੋਂ ਅੰਦਰੋਂ ਹਮਲੇ ਨਹੀਂ ਹੋਣਗੇ। ਇੱਕ ਯੋਗ ਰਾਜਾ ਸਾਡੇ ਉੱਤੇ ਹੋਏਗਾ, ਜਿਸ ਦੇ ਉੱਤੇ ਪ੍ਰਭੂ ਦਾ ਹੱਥ ਹੋਏਗਾ, ਜਿਸ ਦੇ ਉੱਤੇ ਪ੍ਰਭੂ ਦਾ ਹੱਥ ਹੋਏਗਾ। ਤੇ ਸਾਰੇ ਲੋਕ ਮੰਨ ਗਏ। ਸੋ ਉਹਨਾਂ ਨੇ ਹਰੇਕ ਕਬੀਲੇ ਦੇ ਵਿੱਚੋਂ ਇੱਕ ਇੱਕ ਬੰਦਾ ਘੱਲਿਆ। ਸੋ ਉਹਨਾਂ ਨੇ ਜਾ ਕੇ ਜਿਸ ਲਈ ਅਬਨੇਰ ਉੱਥੇ ਪਹੁੰਚਾ ਤੇ ਦਾਊਦ ਨੇ ਉਸਦੀ ਬੜੀ ਰਿਸਪੈਕਟ ਕੀਤੀ, ਬੜੀ ਰਿਸਪੈਕਟ ਉਸਨੂੰ ਦਿੱਤੀ। ਇੱਕ ਵੱਡਾ ਭੋਜ ਦਿੱਤਾ ਉਹਦੇ ਲਈ, ਰਾਜ ਭੋਜ ਜਿਸ ਨੂੰ ਕਹਿੰਦੇ ਦਿੱਤਾ। ਉਸ ਦੇ ਵਿੱਚ ਅਬਨੇਰ ਦੇ ਨਾਲ ਉਸਨੇ ਗੱਲ ਕੀਤੀ ਔਰ ਦੋਨਾਂ ਦੇ ਵਿੱਚ ਸੰਧੀ ਹੋ ਗਈ। ਲੇਕਿਨ ਕਿਉਂਕਿ ਯੋਆਬ ਜਿਹੜਾ ਸੀਗਾ ਉਹਦੇ ਭਰਾ ਨੂੰ ਜਿਸ ਵੇਲੇ ਮਾਰ ਦਿੱਤਾ ਸੀਗਾ ਹਮਲਾ ਕਰਕੇ ਅਬਨੇਰ ਨੇ, ਉਹਦੇ ਦਿਲ 'ਚ ਕੁੜਕੀ ਅੜੀ ਹੋਈ ਸੀ, ਉਹਦਾ ਮਨ ਉੱਥੇ ਅੜਿਆ ਸੀ। ਔਰ ਯੋਆਬ ਜਿਹੜਾ ਸੀਗਾ ਉਸਨੂੰ ਦੂਸਰਾ ਇਹ ਖਤਰਾ ਸੀ ਕਿ ਉਹ ਜਨਰਲ ਆਪ ਬਣਨਾ ਮੰਗਦਾ ਸੀ।
ਜਿਹੜਾ ਮੇਨ ਸਿਪਾਹ ਸਲਾਰ ਆ ਉਹ ਆਪ ਬਣਨਾ ਸੀ। ਉਸਨੂੰ ਇਹਨਾਂ ਸੀ ਕਿ ਅਗਰ ਅਬਨੇਰ ਆ ਗਿਆ ਤੇ ਅਬਨੇਰ ਨੂੰ ਉਹ ਜਗ੍ਹਾ ਮਿਲ ਜਾਣੀ। ਸੋ ਹੁਣ ਉਹ ਦੋ ਕਾਰਨਾਂ ਦੇ ਕਰਕੇ ਉਸਨੇ ਜੋ ਕਰਨਾ ਹੁਣ ਉਹ ਦੋ ਕਾਰਨਾਂ ਕਰਕੇ ਕਰਨਾ। ਸੋ 22 ਆਇਤ ਤੋਂ ਲੈ ਕੇ ਆਓ ਅਸੀਂ ਇਸ ਨੂੰ 30 ਆਇਤ ਤੱਕ ਦੇਖਦੇ। ਅਬਨੇਰ ਦਾ ਕਤਲ। ਕੁਝ ਸਮੇਂ ਦੇ ਪਿੱਛੋਂ ਜੋਆਬ ਅਤੇ ਦਾਊਦ ਦੇ ਕੁਝ ਹੋਰ ਅਧਿਕਾਰੀ ਕਿਸੇ ਪਾਸੇ ਹੱਲਾ ਬੋਲ ਕੇ ਅਤੇ ਬਹੁਤ ਸਾਰਾ ਲੁੱਟ ਦਾ ਮਾਲ ਲੈ ਕੇ ਵਾਪਸ ਆਏ। ਉਸ ਵੇਲੇ ਅਬਨੇਰ ਹਬਰੋਨ ਵਿੱਚ ਨਹੀਂ ਸੀ, ਕਿਉਂਕਿ ਦਾਊਦ ਨੇ ਉਸ ਨੂੰ ਪਹਿਲਾਂ ਹੀ ਸ਼ਾਂਤੀ ਨਾਲ ਵਿਦਾ ਕਰ ਦਿੱਤਾ ਸੀ। ਸੋ ਜਦੋਂ ਜੋਆਬ ਅਤੇ ਉਸਦੇ ਨਾਲ ਦੇ ਆਦਮੀ ਹਬਰੋਨ ਵਿੱਚ ਪਹੁੰਚੇ ਤਾਂ ਉਸ ਨੂੰ ਕਿਸੇ ਨੇ ਦੱਸਿਆ, ਨੇਰ ਦਾ ਪੁੱਤਰ ਅਬਨੇਰ ਰਾਜਾ ਕੋਲ ਆਇਆ ਸੀ, ਪਰ ਉਸਨੇ ਅਬਨੇਰ ਨੂੰ ਵਾਪਸ ਸ਼ਾਂਤੀ ਨਾਲ ਘੱਲ ਦਿੱਤਾ ਹੈ। ਤਾਂ ਜੋਆਬ ਦਾਊਦ ਕੋਲ ਗਿਆ ਅਤੇ ਬੋਲਿਆ, ਤੁਸੀਂ ਇਹ ਕੀ ਕੀਤਾ ਹੈ? ਅਬਨੇਰ ਤੁਹਾਡੇ ਕੋਲ ਆਇਆ ਸੀ ਅਤੇ ਤੁਸੀਂ ਉਸ ਨੂੰ ਸਹੀ ਸਲਾਮਤ ਵਾਪਸ ਘੱਲ ਦਿੱਤਾ ਅਤੇ ਉਹ ਚਲਾ ਗਿਆ। ਉਹ ਤਾਂ ਤੁਹਾਡਾ ਭੇਤ ਲੈਣ ਆਇਆ ਸੀ ਕਿ ਉਹ ਤੁਹਾਡੇ ਅੰਦਰ ਬਾਹਰ ਜਾਣ ਬਾਰੇ ਜਾਣੇ ਅਤੇ ਇਹ ਵੀ ਕਿ ਤੁਸੀਂ ਕੀ ਕਰਦੇ ਹੋ। ਜਵਾਬ ਨੇ ਦਾਊਦ ਕੋਲੋਂ ਬਾਹਰ ਆ ਕੇ ਅਬਨੇਰ ਦੇ ਪਿੱਛੇ ਆਪਣੇ ਆਦਮੀ ਘੱਲੇ, ਜੋ ਉਸ ਨੂੰ ਸਰਾਹ ਦੇ ਖੂਹ ਕੋਲੋਂ ਵਾਪਸ ਮੋੜ ਲਿਆਏ, ਪਰ ਇਸ ਬਾਰੇ ਦਾਊਦ ਨੂੰ ਪਤਾ ਨਹੀਂ ਸੀ। ਜਦੋਂ ਅਬਨੇਰ ਹਬਰੋਨ ਵਿੱਚ ਵਾਪਸ ਆ ਗਿਆ ਤਾਂ ਜੋਆਬ ਉਸ ਨੂੰ ਇੱਕ ਫਾਟਕ ਦੇ ਓਹਲੇ ਇਕਾਂਤ ਵਿੱਚ ਗੱਲ ਕਰਨ ਦੇ ਬਹਾਨੇ ਲੈ ਗਿਆ ਤੇ ਉੱਥੇ ਉਸਦੇ ਢਿੱਡ ਵਿੱਚ ਛੁਰਾ ਖੋਪ ਦਿੱਤਾ, ਕਿਉਂਕਿ ਅਬਨੇਰ ਨੇ ਉਸਦੇ ਭਰਾ ਅਸਾਹੇਲ ਦਾ ਕਤਲ ਕੀਤਾ ਸੀ। ਫਿਰ ਜਦੋਂ ਦਾਊਦ ਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ ਤਾਂ ਉਸਨੇ ਕਿਹਾ, ਮੈਂ ਅਤੇ ਮੇਰੀ ਪਰਜਾ ਅਬਨੇਰ ਦੇ ਲਹੂ ਤੋਂ ਬਿਲਕੁਲ ਦੋਸ਼ ਰਹਿਤ ਹਾਂ। ਇਸ ਕਤਲ ਦੇ ਕੀਤੇ ਦਾ ਦੋਸ਼ ਜੋਆਬ ਅਤੇ ਉਸਦੇ ਪਿਓ ਦੇ ਟੱਬਰ ਤੇ ਹੋਵੇ। ਜੋਆਬ ਦੇ ਵੰਸ਼ ਵਿੱਚ ਹਮੇਸ਼ਾ ਕੋਈ ਨਾ ਕੋਈ ਰਤ ਵਾਹਨ ਦਾ ਰੋਗੀ ਹੋਵੇ, ਜਾਂ ਕੋੜੀ ਹੋਵੇ, ਜਾਂ ਕੁਬੜਾ ਹੋਵੇ, ਜਾਂ ਤਲਵਾਰ ਨਾਲ ਮਾਰਿਆ ਜਾਵੇ, ਜਾਂ ਰੋਟੀ ਦੇ ਲਈ ਤਰਸੇ। ਸੋ ਇਸ ਤਰ੍ਹਾਂ ਜੋਆਬ ਅਤੇ ਉਸਦੇ ਭਰਾ ਅਬੀਸ਼ਈ ਨੇ ਆਪਣੇ ਭਰਾ ਅਸਹੇਲ ਦੇ ਕਤਲ ਦਾ ਅਬਨੇਰ ਤੋਂ ਬਦਲਾ ਲਿਆ, ਜਿਸ ਨੂੰ ਉਸਨੇ ਗਿਬਿਓਨ ਦੀ ਲੜਾਈ ਵਿੱਚ ਮਾਰਿਆ ਸੀ। ਅਬਨੇਰ ਦਾ ਦਫਨਾਇਆ ਜਾਣਾ। ਅੱਛਾ ਇੱਕ ਮਿੰਟ ਆਪ ਸਿਸਟਰ ਜੀ ਪਹਿਲਾਂ ਇਹਨੂੰ ਮਾੜਾ ਜਿਹਾ ਦੇਖ ਲੈ। ਠੀਕ ਸੋ ਹੈ। ਹੁਣ ਜਿਸ ਦੇਖਦੇ ਪਏ ਆ ਤੇ ਅਬਨੇਰ ਆਇਆ ਤੇ ਉਹਦੇ ਮਨ ਦੇ ਵਿੱਚ, ਜੋਆਬ ਦੇ ਮਨ ਦੇ ਵਿੱਚ ਜਿਹੜੀ ਮੇਨ ਚੀਜ਼ ਜਿਹੜੀ ਰੜਕਦੀ ਸੀਗੀ ਨਾ, ਉਹ ਇਹ ਰੜਕਦੀ ਸੀਗੀ ਕਿ ਇਹਨੇ ਸਿਪਾਹ ਸਲਾਰ ਇਹਨੇ ਬਣ ਜਾਣਾ, ਫਸਟ ਜਨਰਲ ਇਹ ਹੋਣਾ, ਕਮਾਂਡਿੰਗ ਜਨਰਲ ਜਿਹੜਾ। ਜੋਆਬ ਉਹ ਜਗ੍ਹਾ ਆਪ ਚਾਹੁੰਦਾ ਸੀ ਕਿ ਉਹ ਮੈਨੂੰ ਮਿਲੇ। ਜੋਆਬ ਦਾਊਦ ਦਾ ਭਤੀਜਾ ਸੀ, ਲੇਕਿਨ ਜਿਸ ਲਈ ਅਬਨੇਰ ਆਇਆ, ਉਹਨਾਂ ਦੇ ਵਿੱਚ ਸੰਧੀ ਹੋ ਗਈ, ਉਹ ਵਾਪਸ ਜਾ ਰਿਹਾ ਸੀ ਤਾਂ ਉਸਨੇ ਕਿਹਾ ਦਾਊਦ ਦੇ ਕੋਲ ਆਇਆ ਕਿ ਤੂੰ ਉਸਨੂੰ ਜਿੰਦਾ ਜਾਣ ਲੈਣ ਦਿੱਤਾ? ਉਹ ਤਾਂ ਭੇਤ ਲੈਣ ਆਇਆ ਸੀ। ਲੇਕਿਨ ਜਿਹੜਾ ਮੇਨ ਚੀਜ਼ ਸੀ, ਉਸਨੇ ਉਸਨੂੰ ਧੋਖੇ ਦੇ ਨਾਲ ਮਾਰਿਆ। ਉਹ ਜਿਸ ਲਈ ਜਾ ਰਿਹਾ ਸੀ ਉਸਨੂੰ ਰਸਤੇ 'ਚ ਵਾਪਸ ਬੁਲਾਇਆ ਔਰ ਉਸਨੂੰ ਗੱਲਬਾਤ ਦੇ ਬਹਾਨੇ ਲਿਜਾ ਕੇ, ਕਿਉਂਕਿ ਅਬਨੇਰ ਨੂੰ ਤਾਂ ਇਸ ਚੀਜ਼ ਦਾ ਪਤਾ ਹੀ ਨਹੀਂ ਸੀਗਾ। ਉਹ ਤਾਂ ਇਹ ਸੋਚਦਾ ਸੀ ਕਿ ਹੁਣ ਸ਼ਾਂਤੀ ਹੋਵੇ, ਹੁਣ ਸਾਡੀ ਤਲਵਾਰਾਂ ਇੱਕ ਦੂਜੇ ਨਾਲ ਨਹੀਂ ਖੜਕਣਗੀਆਂ, ਹੁਣ ਘਰ ਦਾ ਭਰਾ ਦੇ ਨਾਲ ਨਹੀਂ ਲੜੇਗਾ। ਸੋ ਜਿਸ ਲਈ ਉਹ ਇਹ ਚੀਜ਼ ਸੋਚਦਾ ਪਿਆ ਸੀ, ਲੇਕਿਨ ਜਵਾਬ ਨੇ ਉਸਨੂੰ ਧੋਖੇ ਦੇ ਨਾਲ ਮਾਰਿਆ। ਸੋ ਦਾਊਦ ਨੇ ਕਿਹਾ ਕਿ ਇਹ ਜਿਹੜਾ ਕੰਮ ਜਵਾਬ ਨੇ ਕੀਤਾ, ਮੈਂ ਉਸਨੂੰ ਬਿਲਕੁਲ ਇਸ ਦਾ ਹੁਕਮ ਨਹੀਂ ਦਿੱਤਾ ਸੀ। ਸੋ ਹੁਣ ਇਸ ਦੇ ਘਰ ਦੇ ਵਿੱਚ ਕੋਈ ਨਾ ਕੋਈ ਰਤ ਵਾਹਨ ਦਾ ਰੋਗੀ ਹੋਏਗਾ, ਇਸ ਦੇ ਘਰ ਦੇ ਵਿੱਚ ਕੋਈ ਨਾ ਕੋਈ ਕੋੜਾ ਕੁਬੜੀ ਹੋਏਗਾ ਔਰ ਉਸਨੂੰ ਕੋਈ ਨਾ ਕੋਈ ਤਲਵਾਰ ਦੇ ਨਾਲ ਮਾਰਿਆ ਜਾਏਗਾ। ਔਰ ਫਿਰ ਉਹਨਾਂ ਨੇ ਜਿਸ ਲਈ ਦੇਖਿਆ ਕਿ ਇਹ ਨਹੀਂ ਤਾਂ ਦਾਊਦ ਨੇ ਹੁਣ ਇੱਕ ਐਸਾ ਕਦਮ ਚੁੱਕਣਾ ਜਿਸ ਦੇ ਨਾਲ ਸਾਰੇ ਇਸਰਾਇਲ ਨੇ ਦਾਊਦ ਨੂੰ ਬਰਕਤ ਦੇਣੀ ਹੈ। ਸੋ ਆਓ ਇਸ ਨੂੰ ਅਸੀਂ 31 ਤੋਂ ਲੈ ਕੇ ਅਸੀਂ 39 ਤੱਕ ਦੇਖਦੇ ਹਾਂ। ਅਬਨੇਰ ਦਾ ਦਫਨਾਇਆ ਜਾਣਾ। ਤਦ ਦਾਊਦ ਨੇ ਜਵਾਬ ਅਤੇ ਬਾਕੀ ਦੇ ਲੋਕਾਂ ਨੂੰ ਕਿਹਾ, ਆਪਣੇ ਕੱਪੜੇ ਪਾੜ ਸੁੱਟੋ ਤੇ ਟਾਟ ਪਹਿਨ ਕੇ ਅਬਨੇਰ ਲਈ ਸੋਗ ਕਰੋ। ਦਾਊਦ ਰਾਜਾ ਆਪ ਵੀ ਅਰਥੀ ਦੇ ਪਿੱਛੇ ਗਿਆ। ਉਹਨਾਂ ਨੇ ਅਬਨੇਰ ਨੂੰ ਹਬਰੋਨ ਵਿੱਚ ਦਫਨਾ ਦਿੱਤਾ। ਰਾਜਾ ਦਾਊਦ ਅਬਨੇਰ ਦੀ ਕਬਰ ਉੱਤੇ ਤਾਹਾਂ ਮਾਰ ਕੇ ਰੋਇਆ ਤੇ ਉਸ ਦੇ ਨਾਲ ਲੋਕ ਵੀ ਰੋਏ। ਦਾਊਦ ਨੇ ਅਬਨੇਰ ਦੇ ਲਈ ਇਹ ਸੋਗ ਗੀਤ ਗਾਇਆ, ਅਬਨੇਰ ਮੂਰਖਾਂ ਦੇ ਵਾਂਗ ਕਿਉਂ ਮਰਿਆ? ਤੇਰੇ ਹੱਥ ਬੰਨੇ ਹੋਏ ਨਹੀਂ ਸਨ?
ਨਾ ਹੀ ਤੇਰੇ ਪੈਰੀਂ ਬੇੜੀਆਂ ਪਾਈਆਂ ਸਨ। ਤੂੰ ਇਸ ਤਰ੍ਹਾਂ ਮਰਿਆ ਜਿਸ ਤਰ੍ਹਾਂ ਕੋਈ ਦੁਸ਼ਟਾਂ ਦੇ ਹੱਥੋਂ ਮਰੇ। ਸਭ ਲੋਕ ਇੱਕ ਵਾਰ ਫਿਰ ਤਾਹਾਂ ਮਾਰ ਕੇ ਰੋਏ। ਤਦ ਸਭ ਲੋਕ ਦਾਊਦ ਕੋਲ ਆ ਕੇ ਉਸ ਤੇ ਜ਼ੋਰ ਪਾਉਣ ਲੱਗੇ ਕਿ ਉਹ ਕੁਝ ਰੋਟੀ ਖਾਵੇ, ਪਰ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, ਪਰਮੇਸ਼ਰ ਮੇਰਾ ਇਸ ਤੋਂ ਵੀ ਬੁਰਾ ਹਾਲ ਕਰੇ ਜੇਕਰ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਮੂੰਹ ਵਿੱਚ ਰੋਟੀ ਦੀ ਬੁਰਕੀ ਪਾਵਾਂ। ਸਭ ਲੋਕਾਂ ਨੇ ਰਾਜਾ ਦੀ ਗੱਲ ਸੁਣੀ ਅਤੇ ਪਸੰਦ ਕੀਤੀ। ਲੋਕਾਂ ਨੂੰ ਹਮੇਸ਼ਾ ਰਾਜਾ ਦੀ ਗੱਲ ਚੰਗੀ ਲੱਗਦੀ ਸੀ। ਉਸ ਦਿਨ ਸਭ ਯਹੂਦਾ ਅਤੇ ਇਜ਼ਰਾਈਲ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਦਾਊਦ ਦਾ ਅਬਨੇਰ ਦੇ ਕਤਲ ਵਿੱਚ ਕੋਈ ਹੱਥ ਨਹੀਂ ਸੀ। ਰਾਜਾ ਨੇ ਆਪਣੇ ਅਧਿਕਾਰੀਆਂ ਨੂੰ ਕਿਹਾ, ਕੀ ਤੁਸੀਂ ਜਾਣਦੇ ਨਹੀਂ ਹੋ ਕਿ ਅੱਜ ਦੇ ਦਿਨ ਇਜ਼ਰਾਈਲ ਦੀ ਇੱਕ ਮਹਾਨ ਹਸਤੀ ਮਾਰੀ ਗਈ ਹੈ। ਮੈਂ ਬੇਸ਼ੱਕ ਅਭਿਸ਼ੇਕ ਕੀਤਾ ਹੋਇਆ ਰਾਜਾ ਹਾਂ, ਪਰ ਫਿਰ ਵੀ ਮੈਂ ਅੱਜ ਕਮਜ਼ੋਰ ਹਾਂ। ਸਰੂਯਾ ਦੇ ਪੁੱਤਰ ਸੱਚਮੁੱਚ ਮੇਰੇ ਲਈ ਮੁਸੀਬਤ ਹਨ, ਪਰ ਪ੍ਰਭੂ ਆਪ ਦੁਸ਼ਟਾਂ ਨੂੰ ਉਹਨਾਂ ਦੇ ਕੀਤੇ ਦਾ ਬਦਲਾ ਦੇਵੇਗਾ। ਆਮੀਨ। ਸੋ ਦਾਊਦ ਨੇ ਜਿਸ ਹਿਸਾਬ ਦੇ ਨਾਲ ਸਾਊਲ ਤੇ ਉਸਦੇ ਪੁੱਤਰ ਦਾ ਸੋਗ ਕੀਤਾ, ਦਾਊਦ ਨੇ ਜਿਸ ਤਰ੍ਹਾਂ ਉਹਨਾਂ ਲੋਕਾਂ ਨੂੰ ਇਨਾਮ ਦਿੱਤਾ ਜਿਨ੍ਹਾਂ ਨੇ ਸਾਊਲ ਤੇ ਉਸਦੇ ਪੁੱਤਰਾਂ ਦੀਆਂ ਜਿਹੜੀਆਂ ਲੋਥਾਂ ਕੰਧਾਂ ਦੇ ਨਾਲ ਟੰਗੀਆਂ ਸੀ ਲਿਆ ਕੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ, ਦਾਊਦ ਨੇ ਉਹਨਾਂ ਨੂੰ ਬਰਕਤ ਦਿੱਤੀ। ਜੋਆਬ ਨੇ ਧੋਖੇ ਦੇ ਨਾਲ ਅਬਨੇਰ ਨੂੰ ਮਾਰਿਆ, ਦਾਊਦ ਨੇ ਉਸਨੂੰ ਸਰਾਫ ਦਿੱਤਾ। ਉਸਨੇ ਕਿਹਾ ਕਿ ਇਹਦੇ ਵਿੱਚ ਮੇਰਾ ਕੋਈ ਹੱਥ ਨਹੀਂ। ਔਰ ਫਿਰ ਦਾਊਦ ਨੇ ਪੂਰੇ ਰਾਜਸੀ ਢੰਗ ਦੇ ਨਾਲ ਅਬਨੇਰ ਦਾ ਜਿਹੜਾ ਆਖਰੀ ਕਿਰਿਆਕਰਮ ਕੀਤਾ ਉਸਨੂੰ ਦਫਨਾਇਆ ਔਰ ਉੱਥੇ ਸਾਰੇ ਦੇਸ਼ ਨੂੰ ਸੋਗ ਕਰਨ ਦੇ ਲਈ ਕਿਹਾ। ਔਰ ਜਿਸ ਲਈ ਇਜ਼ਰਾਈਲ ਦੇ ਲੋਕਾਂ ਨੇ ਸਾਰੀਆਂ ਚੀਜ਼ਾਂ ਦੇਖੀਆਂ, ਉਹਨਾਂ ਨੇ ਦੇਖ ਲਿਆ ਕਿ ਦਾਊਦ ਦਾ ਇਹਦੇ ਵਿੱਚ ਹੱਥ ਨਹੀਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਇਹ ਯੋਆਬ ਨੇ, ਸਰੂਆ ਦਾ ਪੁੱਤਰ ਜਿਹੜਾ ਜੋਆਬ ਸੀ ਤੇ ਉਸਦੇ ਜਿਹੜੇ ਭਰਾ ਸੀਗੇ, ਇਹ ਉਹਨਾਂ ਦੀ ਸਾਰੀ ਮਿਲੀ ਭੀਤ ਸੀਗੀ। ਇਸ ਦੇ ਵਿੱਚ ਦਾਊਦ ਦਾ ਕੋਈ ਹੱਥ ਨਹੀਂ ਸੀ। ਸੋ ਉਹਨਾਂ ਨੇ ਵੀ ਦਾਊਦ ਨੂੰ ਇਸ ਚੀਜ਼ ਦੇ ਲਈ ਬਰਕਤ ਦਿੱਤੀ। ਕੱਲ ਨੂੰ ਸਾਡਾ ਜਿੱਦਾਂ ਇੱਕ ਪ੍ਰੋਗਰਾਮ ਆ, ਅਸੀਂ ਬੱਚਿਆਂ ਦੇ ਨਾਲ ਜਾਣਾ। ਸੋ ਕੱਲ ਨੂੰ ਆਪਾਂ ਬਾਈਬਲ ਸਟੱਡੀ ਸਾਡੀ ਨਹੀਂ ਹੋਏਗੀ ਔਰ ਹੁਣ ਅਸੀਂ ਸਾਡੀ ਜਿਹੜੀ ਬਾਈਬਲ ਸਟੱਡੀ ਆ ਉਹ ਅਗਲੇ ਮੰਡੇ ਨੂੰ ਕਰਾਂਗੇ। ਪ੍ਰਭੂ ਤੁਹਾਡੇ ਸਭ ਦੇ ਨਾਲ ਬਣਿਆ ਰਹੇ। ਪ੍ਰਭੂ ਅਸਲੀ ਸੰਡੇ ਵਾਲੀ ਹੋਣੀ ਸਰਵਿਸ? ਹਾਂਜੀ, ਸੰਡੇ ਵਾਲੀ ਸਰਵਿਸ ਹੋਣੀ, 26 ਤਰੀਕ ਦੀ ਸਰਵਿਸ ਹੋਏਗੀ। 26 ਤਰੀਕ ਦੀ ਸਰਵਿਸ ਹੋਏਗੀ। ਤੁਸੀਂ ਉਹ ਸਾਈਨ ਬੋਰਡ ਦਾ ਭੇਜਿਆ ਨਹੀਂਗਾ? ਮੈਂ ਭੇਜ ਦਿੰਦਾ ਬ੍ਰਦਰ ਜੀ ਤੁਹਾਨੂੰ। ਮੈਂ ਪੌਲ ਨੂੰ ਕਹਿਣਾ ਭੇਜ ਦਿੰਦਾ। ਪੌਲ ਨੇ ਮੇਰੇ ਖਿਆਲ ਫੋਨ ਦੇ ਉੱਤੇ ਬਣਾਇਆ ਆ, ਲੇਕਿਨ ਮੈਂ ਡੈਡ ਤੁਸੀਂ ਪੌਲ ਨੂੰ ਕਹਿ ਦਿਓਗੇ ਕਿ ਉਹ ਬ੍ਰਦਰ ਹੁਣਾਂ ਨੂੰ ਘੱਲ ਦੇਵੇ। ਹੋਰ ਮੈਂ ਇੱਕ ਅੱਧੇ ਦਿਨ ਚ ਬਣਾ ਦਿਆਂ। ਅੱਛਾ, ਕੋਈ ਗੱਲ ਨਹੀਂ ਬ੍ਰਦਰ ਜੀ, ਅਸੀਂ ਘੱਲ ਦਿੰਦੇ ਤੁਹਾਨੂੰ। ਅੱਛਾ, ਆਓ ਦੁਆ ਕਰੀਏ। ਪਿਆਰੇ ਪ੍ਰਭੂ, ਤੇਰਾ ਬਹੁਤ ਸ਼ੁਕਰ ਕਰਦੇ ਹਾਂ ਤੇਰੀ ਦਇਆ ਤੇਰੇ ਰਹਿਮ ਦੇ ਲਈ। ਤੂੰ ਪਿਆਰਾ ਪ੍ਰਭੂ ਆ। ਦਾਊਦ ਨੂੰ ਕਿੱਥੋਂ ਚੁੱਕ ਕੇ ਪ੍ਰਭੂ ਜੀ ਤੂੰ ਕਿੱਥੇ ਲੈ ਕੇ ਆਇਆ। ਜਿਸ ਤੇ ਤੇਰਾ ਹੱਥ ਹੁੰਦਾ ਉਸ ਤੇ ਤੇਰੀ ਬਰਕਤ ਹੁੰਦੀ ਹੈ। ਸੋ ਪਿਆਰੇ ਪ੍ਰਭੂ, ਇਸ ਵੇਲੇ ਅਸੀਂ ਆਪਣੇ ਤਨ ਮਨ ਆਤਮਾ ਨੂੰ ਤੇਰੇ ਹੱਥਾਂ ਦੇ ਵਿੱਚ ਸੌਂਪਦੇ ਹਾਂ। ਤੂੰ ਸਾਨੂੰ ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖੀ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੀ। ਸਰੀਰਕ ਤੰਦਰੁਸਤੀ ਦੇ, ਮਨ ਦੀਆਂ ਅੱਖਾਂ ਖੋਲ ਕੇ ਰੱਖੀ ਔਰ ਆਪਣੀ ਆਤਮਾ ਦੇ ਨਾਲ ਪ੍ਰਭੂ ਜੀ ਤੂੰ ਸਾਨੂੰ ਸੰਪੂਰਨਤਾ ਦੇ ਵਿੱਚ ਬਣਾ ਕੇ ਰੱਖੀ। ਇਹ ਸਭ ਕੁਝ ਅਸੀਂ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਔਰ ਸਾਰੇ ਭੈਣ ਭਰਾ ਕਹਿੰਦੇ ਆਮੀਨ। ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇ, ਤੁਹਾਡੇ ਸਾਰਿਆਂ ਦੇ ਨਾਲ ਮਿਲੇ। ਸੋ ਹੁਣ ਬਾਈਬਲ ਸਟੱਡੀ ਦੇ ਲਈ ਅਸੀਂ ਮੰਡੇ ਮਿਲਾਂਗੇ ਔਰ ਚਰਚ ਜਿਹੜੀ ਆ ਉਹ ਸੰਡੇ ਸੇਮ ਟਾਈਮ ਹੋਏਗੀ 10:30 ਵਜੇ ਆਪਾਂ ਇਕੱਠੇ।